प्रसाद। नानक पाद पंकज बंदन पाद पंकज सिमरौ अंगद दुख निकंदन गुर अमरदास नित हृदय नित। श्री गुरु रामदास गुण गा गुर अर्जन विघ्न के नाशक विघ्न के नाशक। श्री हरगोविंद सुख सुमत प्रकाशक। श्री हर राय नमोकार जोरी नमोकार जोरी। श्री हर कृष्ण मनाओ बहोरी। गुर तेग बहादुर परम कृपाला जी परम कृपाला। श्री गुरु गोबिंद सिंह विशाला। तरु तारा तार पुन पुन सी पुन पुन बार बार जगदीशा। जिसमें है अमृत ज्ञान है मानक भगत बैराग। गुरु ग्रंथ साहिब उदद बंदा कयन राग। एक ओंकार सतगुरु तेह प्रसाद सच होए। वाहिगुरु जी की फतेह है। विघ्न विनाशन वाहिगुरु जी की फतेह है। विघ्न विनाशन सोए। धन वाहिगुरु साहिब जीओ तोहरा श्री गुर दत्ते संग मैं सुपाट ते स्थान। हाथ जोर बोले सकल गुर सुख सुनो सुजान। वाहिगुरु जी का खालसा वाहिगुरु जी की फतेह। पतित पावन भगत वशल किरपा निदान जुगो जुग अटल सतगुरु धन धन साहिब श्री गुरु ग्रंथ साहिब जी तिन्हां दी पवित्र हजूरी अंदर आप समूह संगत पंचम पातशाह साहिब श्री गुरु अर्जन देव जी और छेवें पातशाह साहिब श्री गुरु हरगोबिंद साहिब को प्राप्त अस्थान के सत संगत कर रहे हो, हाजिरी हो।
ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਅਰਦਾਸ ਪ੍ਰਵਾਨ ਕਰਨ ਵੇਲੇ ਦੇ ਸ਼ਾਮ ਦੇ ਵੇਲੇ ਦੇ ਦੀਵਾਨਾਂ ਦਾ ਆਗਾਜ਼ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਕਥਾ ਵਿਚਾਰ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸਮਾਂ ਹੋ ਚੁੱਕਾ ਹੈ। ਆਓ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਸ ਪ੍ਰਕਰਣ ਦੇ ਨਾਲ, ਉਸ ਲੜੀ ਦੇ ਨਾਲ ਜੁੜੀਏ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਸਤਿਗੁਰੂ ਜੀ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਹਨ। ਔਰ ਫਿਰ ਸਤਿਗੁਰਾਂ ਨੇ ਕੁਝ ਜਿਹੜਾ ਸਮਾਂ ਹੈ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਲੇ ਪਾਸੇ ਲਾਇਆ ਹੈ। ਆਪ ਵੀ ਜ਼ਿਆਦਾ ਸਮਾਂ ਹੁਣ ਜੰਗ ਅਭਿਆਸ ਜਾਂ ਸ਼ਿਕਾਰ ਵਾਲੇ ਪਾਸੇ ਨਹੀਂ ਲਾਉਂਦੇ, ਸੰਗਤਾਂ ਦੇ ਵਿੱਚ ਬਹੁਤਾ ਸਮਾਂ ਬੈਠਦੇ ਹਨ। ਦੂਰ ਨੇੜੇ ਤੋਂ ਆ ਰਹੀਆਂ ਸੰਗਤਾਂ ਦੇ ਨਾਲ ਵਚਨ ਵਿਲਾਸ ਕਰਦੇ ਹਨ ਅਤੇ ਵੱਖਰੇ ਵੱਖਰੇ ਥਾਵਾਂ 'ਤੇ ਗੁਰੂ ਕੇ ਸਿੱਖਾਂ ਨੂੰ ਭੇਜ ਕਰਕੇ, ਪ੍ਰਚਾਰਕ ਸਾਹਿਬਾਨਾਂ ਨੂੰ ਭੇਜ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਚਾਰ ਪ੍ਰਸਾਰ ਦੇਸ਼ਾਂ ਵਿਦੇਸ਼ਾਂ ਤੱਕ ਕਰਵਾ ਰਹੇ ਹਨ। ਬੇਅੰਤ ਸੰਗਤ ਗੁਰੂ ਕੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੁੰਦੀ ਹੈ। ਇੱਕ ਦਿਨ ਬਾਬਾ ਗੁਰਦਿੱਤਾ ਜੋ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਵਿੱਚੋਂ ਸਭ ਤੋਂ ਵੱਡੇ ਸਪੁੱਤਰ ਹਨ, ਪਹਾੜੀ ਇਲਾਕਾ ਹੈ ਤੇ ਖੇਡਦੇ ਹੋਏ ਦੂਰ ਤੱਕ ਗਏ ਹਨ। ਤੇ ਬਾਬਾ ਗੁਰਦਿੱਤਾ ਜੀ ਦੇ ਨਾਲ ਇੱਕ ਸਾਥੀ ਹੈ। ਸੁਬਾਹ ਤੋਂ ਸ਼ਿਕਾਰ ਖੇਡਣ ਵਾਸਤੇ ਗਏ ਸਨ ਤੇ ਹੁਣ ਦੁਪਹਿਰ ਦਾ ਸਮਾਂ ਹੋ ਚੁੱਕਾ ਹੈ ਤੇ ਦੁਪਹਿਰ ਵੇਲੇ ਬਾਬਾ ਗੁਰਦਿੱਤਾ ਜੀ ਦੇ ਇੱਕ ਸਾਥੀ ਨੇ, ਜਿਹੜੇ ਜੰਗਲ ਦੇ ਵਿੱਚ ਸ਼ਿਕਾਰ ਖੇਡ ਰਹੇ ਸਨ, ਬਾਬਾ ਗੁਰਦਿੱਤਾ ਜੀ ਤੋਂ ਥੋੜ੍ਹਾ ਜਿਹਾ ਵੱਖ ਹੋ ਕਰਕੇ ਤੇ ਕੁਝ ਕਿਸਾਨ ਜਿੱਥੇ ਮੱਝਾਂ ਤੇ ਗਾਵਾਂ ਚਾਲ ਰਹੇ ਸਨ, ਉੱਧਰਲੇ ਪਾਸੇ ਭੁਲੇਖੇ ਦੇ ਵਿੱਚ ਕਿ ਸ਼ਾਇਦ ਸਾਹਮਣੇ ਦੂਰ ਉਹ ਹਿਰਨ ਘਾਹ ਚੱਲ ਰਿਹਾ ਹੈ ਜਾਂ ਹਿਰਨਾਂ ਦੀ ਡਾਰ ਹੈ, ਕਾਲੀ ਦੇ ਨਾਲ ਇੱਕ ਵਾਰ ਕੀਤਾ ਹੈ ਜਿਹਦੇ ਕਰਕੇ ਇੱਕ ਜਿਹੜੀ ਗਾਂ ਹੈ ਉਹ ਧਰਤੀ 'ਤੇ ਡਿੱਗੀ ਹੈ ਤੇ ਗਊ ਕੁਝ ਸਮੇਂ ਬਾਅਦ ਪ੍ਰਾਣ ਛੱਡ ਗਈ, ਕਹਿਣ ਤੋਂ ਭਾਵ ਮਾਰੀ ਗਈ ਹੈ। ਬਾਬਾ ਗੁਰਦਿੱਤਾ ਜੀ ਦੇ ਸਾਥੀ ਦੀ ਸ਼ਿਕਾਰ ਹੋਈ ਹੈ। ਹੁਣ ਜਦੋਂ ਗੋਲੀ ਚੱਲੀ ਸੀ ਤੇ ਆਵਾਜ਼ ਕਈਆਂ ਨੇ ਸੁਣੀ, ਜਿਹੜੇ ਕਿਸਾਨ ਜਿਹੜਾ ਉਹ ਗਾਵਾਂ ਚਾਰਾ ਲੱਗਾ ਹੀ ਨਾਲ ਹੋਰ ਵੀ ਝਾਟੀ ਕੁਝ ਉਹ ਗਊ ਦੇ ਮੱਝਾਂ ਚਾਰਨ ਵਾਲੇ ਤੇ ਕੁਝ ਇਕੱਤਰ ਹੋ ਗਏ। ਉਸ ਵੇਲੇ ਇਹ ਜਿਹੜੇ ਲੋਕ ਸਨ ਬਹੁਤੇ ਹਿੰਦੂ ਧਰਮ ਦੇ ਨਾਲ ਸੰਬੰਧਿਤ ਹਨ। ਜਿਹੜਾ ਪਾਪ ਹੈ ਹਿੰਦੂ ਧਰਮ ਦੇ ਵਿੱਚ ਬਹੁਤ ਵੱਡਾ ਗੁਨਾਹ ਮੰਨਿਆ ਤੌਰ 'ਤੇ ਦੇਵੀ ਦੀ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਪੂਜਿਆ ਜਾਂਦਾ ਹੈ ਤੇ ਇਸ ਉਹਨਾਂ ਦੇ ਮਨ ਦੇ ਵਿੱਚ ਇੱਕ ਤਾਂ ਕਿਸਾਨ ਦਾ ਪਸ਼ੂ ਮਰਨ ਕਰਕੇ ਉਹਨੂੰ ਆਪਣਾ ਦੁੱਖ ਹੈ, ਪਰ ਬਾਕੀ ਸਾਰਿਆਂ ਨੂੰ ਦੁੱਖ ਇਸ ਕਰਕੇ ਹੋ ਗਿਆ ਕਿ ਗਾਂ ਜਿਹੜੀ ਹੈ ਇਹਨੂੰ ਮਾਰਨਾ ਬਹੁਤ ਵੱਡਾ ਪਾਪ ਹੈ, ਬਹੁਤ ਵੱਡਾ ਗੁਨਾਹ ਹੈ। ਤੇ ਬਾਬਾ ਦਾ ਸਾਥੀ ਸੀਗਾ ਜਿਹਨੇ ਵਾਰ ਕੀਤਾ ਤੇ ਕਾਲੀ ਦੇ ਨਾਲ ਉਹ ਵੀ ਉੱਥੇ ਪਹੁੰਚਿਆ ਹੈ ਤੇ ਉਹ ਜਿਹੜੇ ਗਊਆਂ ਚਾਰਨ ਵਾਲੇ ਸਨ ਕੁਝ ਲੋਕ, ਉਹਨਾਂ ਨੇ ਇਕੱਠੇ ਹੋ ਕਰਕੇ ਤੇ ਬਾਬਾ ਗੁਰਦਿੱਤਾ ਜੀ ਦੇ ਸਾਥੀ ਨੂੰ ਪਕੜ ਲਿਆ ਹੈ। ਕਹਿਣ ਲੱਗੇ ਕਿ ਭਾਈ ਬਹੁਤ ਵੱਡਾ ਗੁਨਾਹ ਕੀਤਾ ਹੈ, ਪਾਪ ਕੀਤਾ ਹੈ। ਇਤਨੇ ਨੂੰ ਆਵਾਜ਼ ਸੁਣ ਕਰਕੇ ਤੇ ਗੁਰੂ ਕੇ ਸਾਥੀ ਬਾਕੀ ਵੀ ਯੋਧੇ ਤੇ ਬਾਬਾ ਗੁਰਦਿੱਤਾ ਜੀ ਵੀ ਉੱਧਰ ਨੂੰ ਆ ਗਏ, ਉੱਥੇ ਪਹੁੰਚੇ ਹਨ ਤੇ ਉਹ ਸਾਰੇ ਲੋਕ ਜਿਹੜੇ ਇਕੱਤਰ ਹੋਏ ਸਨ
ਉਹਨਾਂ ਨੂੰ ਪਤਾ ਲੱਗਿਆ ਕਿ ਇਹ ਯੋਧਾ ਬਾਬਾ ਗੁਰਦਿੱਤਾ ਜੀ ਦੇ ਨਾਲ ਹੈ। ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਹਨ ਔਰ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਉਹਨਾਂ ਸਾਰਿਆਂ ਵਿਚਾਰ ਕੀਤੀ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਬਹੁਤ ਵੱਡੇ ਬਹੁਤ ਜਾਹਰੇ ਪੀਰ ਹੋਏ ਹਨ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਅਜ਼ਮਤਾਂ ਦੀ ਕੋਈ ਘਾਟ ਨਹੀਂ ਹੈ, ਸ਼ਕਤੀਆਂ ਦੀ ਕੋਈ ਘਾਟ ਨਹੀਂ ਹੈ। ਸਤਿਗੁਰੂ ਜੀ ਤਾਂ ਕਰਾਮਾਤੀ ਸਿੱਧਾਂ ਜੋਗੀਆਂ ਨੂੰ ਵੀ ਹਰਾ ਦਿੰਦੇ ਸਨ। ਇਸ ਕਰਕੇ ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਪੁੱਤਰ ਜਾਣ ਕਰਕੇ ਉਹ ਜਿਹੜੇ ਨਗਰ ਵਾਲੇ ਸਨ ਜਾਂ ਉਹ ਮੱਝੀਆਂ ਗਾਵਾਂ ਚਾਰਨ ਵਾਲੇ ਇਕੱਤਰ ਹੋਏ ਜਿਹੜੇ ਉਹ ਲੋਕ ਸਨ, ਉਹਨਾਂ ਨੇ ਆਖਿਆ, ਕਹਿਣ ਲੱਗੇ ਜੀ ਤੁਹਾਡੇ ਸਾਥੀ ਨੇ ਬਹੁਤ ਵੱਡਾ ਇਹ ਪਾਪ ਕੀਤਾ ਹੈ, ਸਾਡਾ ਪਸ਼ੂ ਮਾਰਿਆ ਹੈ। ਤੇ ਦੂਸਰਾ ਗਾਂ ਨੂੰ ਮਾਰਨਾ ਤਾਂ ਕਈ ਵਾਰੀ ਅਚਾਨਕ ਵੀ ਮਰ ਜਾਂਦੇ ਹਨ, ਪਰ ਗਾਂ ਤਾਂ ਸਿੱਧੇ ਰਾਜੇ ਹਨ, ਪਹਾੜੀਏ ਰਾਜੇ। ਤੇ ਉਹਨਾਂ ਨੇ ਫਿਰ ਬਾਬਾ ਗੁਰਦਿੱਤਾ ਜੀ ਨੂੰ ਇੱਕ ਬੇਨਤੀ ਕੀਤੀ ਹੈ, ਕਹਿਣ ਲੱਗੇ ਕਿ ਭਾਈ ਹੇ ਬਾਬਾ ਗੁਰਦਿੱਤਾ ਜੀ, ਤੁਸੀਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਹੋ ਔਰ ਕਰਮ ਬਹੁਤ ਵੱਡੀਆਂ ਅਜ਼ਮਤਾਂ ਹਨ, ਜਾਂ ਤਾਂ ਇਹ ਜਿਹੜੀ ਸਾਡੀ ਗਾਂ ਹੈ ਦੋ, ਤੇ ਨਹੀਂ ਤੇ ਫਿਰ ਜੇ ਤੁਸੀਂ ਧੱਕੇ ਦੇ ਨਾਲ, ਕਿਉਂਕਿ ਤੁਹਾਡੇ ਕੋਲ ਹੋਰ ਵੀ ਸੈਨਿਕ ਹਨ, ਜੇ ਤੁਸੀਂ ਅੱਜ ਆਪਣੇ ਸਾਥੀ ਨੂੰ ਸਾਡੇ ਕੋਲੋਂ ਛੁਡਾ ਕੇ ਲੈ ਵੀ ਜਾਂਦੇ ਹੋ, ਪਹਿਲੀ ਗੱਲ ਤਾਂ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ। ਜੇ ਤੁਸੀਂ ਛੁਡਾ ਕੇ ਲੈ ਵੀ ਜਾਂਦੇ ਹੋ ਤੇ ਅਸੀਂ ਫਿਰ ਜਿਹੜੇ ਸਾਡੇ ਇੱਥੇ ਪਹਾੜੀ ਰਾਜੇ ਹਨ ਉਹਨਾਂ ਨੂੰ ਜਾ ਕਰਕੇ ਬੇਨਤੀ ਕਰਾਂਗੇ, ਹਿੰਦੂ ਉਹ ਰਾਜੇ ਹਨ, ਤੇ ਜਾਂ ਫਿਰ ਜਾ ਕਰਕੇ ਫਿਰ ਬਾਦਸ਼ਾਹ ਨੂੰ ਵੀ ਜਾ ਕੇ ਬੇਨਤੀ ਕਰਾਂਗੇ ਕਿ ਬਾਦਸ਼ਾਹ ਇਲਾਕੇ ਦਾ ਮੁਖੀ ਹੁੰਦਾ ਹੈ ਤੇ ਬਾਦਸ਼ਾਹ ਦੀ ਸਰਪ੍ਰਸਤੀ ਦੇ ਹੇਠ ਪਾਪ ਹੋ ਜਾਏ ਤੇ ਉਹਨੂੰ ਵੀ ਚੰਗਾ ਨਹੀਂ ਲੱਗੇਗਾ। ਤੇ ਹੇ ਗੁਰੂ ਸੁਪੁੱਤਰ, ਅਸੀਂ ਸੁਣਿਆ ਹੈ ਕਿ ਪਹਿਲਾਂ ਵੀ ਤੁਹਾਡੇ ਇਸ ਗੱਲ ਦੇ ਵਿੱਚ ਹੈ ਕਿ ਜਵਾਲ ਦਿਓ, ਜੇ ਤੁਸੀਂ ਗਊ ਜਵਾਲ ਨਹੀਂ ਸਕਦੇ ਤੇ ਫਿਰ ਅਸੀਂ ਨੂੰ ਕਹਿ ਕਰਕੇ ਇਹ ਜਿਹੜਾ ਇਹਦਾ ਫਿਰ ਬਦਲਾ ਲਵਾਂਗੇ। ਬਾਬਾ ਗੁਰਦਿੱਤਾ ਜੀ ਨੇ ਉਹਨਾਂ ਦੇ ਬਚਨ ਸੁਣੇ, ਉਹਨਾਂ ਦੀ ਬੇਨਤੀ ਸੁਣੀ ਹੈ ਤੇ ਇੱਕਦਮ ਗੰਭੀਰ ਹੋ ਗਏ, ਸ਼ਾਂਤ ਹੋ ਗਏ, ਦੁਬਿਧਾ ਦੇ ਵਿੱਚ ਪੈ ਗਏ ਕਿ ਹੁਣ ਕੀ ਕਰੀਏ। ਇੱਕ ਪਾਸੇ ਉਹ ਕਹਿ ਰਹੇ ਹਨ ਕਿ ਗਊ ਜਿਵਾਓ, ਤੇ ਦੂਜੇ ਪਾਸੇ ਜੇ ਨਹੀਂ ਜਿਵਾਉਂਦੇ ਤੇ ਪਹਿਲਾਂ ਲੰਮਾ ਸਮਾਂ ਜੰਗਾਂ ਯੁੱਧਾਂ ਦਾ ਸਮਾਂ ਚੱਲਿਆ ਹੈ, ਹੁਣ ਗੁਰੂ ਘਰ ਦੇ ਵਿੱਚ ਕੁਝ ਸ਼ਾਂਤੀ ਬਣੀ ਹੈ, ਪਿਤਾ ਜੀ ਪ੍ਰਚਾਰ ਕਰ ਰਹੇ ਹਨ, ਦੂਰ ਨੇੜੇ ਸੰਗਤਾਂ ਆ ਰਹੀਆਂ ਹਨ, ਤੇ ਮੇਰੇ ਕਰਕੇ ਬਹੁਤ ਵੱਡਾ ਬਖੇੜਾ ਪੈਦਾ ਹੋ ਜਾਏਗਾ। ਅਗਾਂਹ ਜੇ ਕੋਈ ਜੰਗ ਤੇ ਬਾਬਾ ਗੁਰਦਿੱਤਾ ਜੀ ਸੋਚਦੇ ਹਨ ਕਿ ਜੇ ਗੜਬੜ ਹੋਈ, ਕੋਈ ਝਗੜਾ ਹੋਇਆ ਕਿ ਮੇਰੇ ਕਰਕੇ ਸਾਰਾ ਕੁਝ ਹੋਇਆ ਹੈ। ਇਸ ਸਮੇਂ ਦੇ ਵਿੱਚ ਉਹਦੇ ਨਾਲ ਕਿ ਇਹ ਕੰਮ ਕਰ ਲੈਣਾ ਜਾਂ ਇਹਨਾਂ ਦੀ ਬੇਨਤੀ ਮੰਨ ਲੈਣੀ ਚੰਗੀ ਹੈ। ਹੁਣ ਬਾਬਾ ਗੁਰਦਿੱਤਾ ਜੀ ਕਈ ਵਾਰੀ ਸੋਚਦੇ ਹਨ ਕਿ ਪਰ ਜੇ ਮੈਂ ਕੋਈ ਅਜ਼ਮਤ ਕੋਈ ਕਰਾਮਾਤ ਦਿਖਾਵਾਂਗਾ ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋ ਜਾਣਗੇ, ਪਿਤਾ ਜੀ ਨਾਰਾਜ਼ ਹੋ ਜਾਣਗੇ, ਕਿਉਂਕਿ ਗੁਰੂ ਘਰ ਦਾ ਇਹ ਸਿਧਾਂਤ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਇਸ ਧਰਮ ਦੀ ਵਿਚਾਰਧਾਰਾ ਇਹੀ ਰਹੀ ਹੈ ਕਿ ਕਦੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ, ਸ਼ਕਤੀਆਂ ਦਾ ਤਮਾਸ਼ਾ ਨਹੀਂ ਕਰਨਾ, ਇਹ ਦਿਖਾਉਣਾ ਪਾਪ ਕਿਹਾ ਗਿਆ ਹੈ। ਅਗਲੇਰਾ ਇਤਿਹਾਸ ਹੈ, ਉਹ ਭਾਵਨਾ ਸਹਿਤ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸ੍ਰੀ ਗੁਰੂ ਸੰਗ ਮੈਂ ਸੁਪਾਠ ਉਤੇ ਤਿਸ ਥਾਨ। ਬਾਕੀ ਹੋਰ ਸੈਨਿਕ ਸਨ, ਬਾਕੀ ਜਿਹੜੇ ਬਹਾਦਰ ਯੋਧੇ ਸਨ, ਉਹ ਸਾਰੇ ਰਲ ਕੇ ਬਾਬਾ ਗੁਰਦਿੱਤਾ ਜੀ ਨੂੰ ਬੇਨਤੀ ਕਰਨ ਲੱਗੇ, ਸ਼੍ਰੀ ਗੁਰਦਿੱਤੇ ਸੰਗ ਮੈਂ ਭੱਟ ਹੁਤੇ ਤਿਸ ਥਾਨ। ਸਾਰੇ ਇਕੱਤਰ ਹੋ ਕਰਕੇ ਬਾਬਾ ਗੁਰਦਿੱਤਾ ਜੀ
ਕੋਲ ਆਏ ਬੇਨਤੀ ਕਰਦੇ ਹਨ। ਆਪ ਜੋਰ ਬੋਲੇ ਸਤ ਸੁਨਾ ਸੁਜਾਨ। ਤੇ ਕਹਿਣ ਲੱਗੇ, ਹੇ ਗੁਰੂ ਸਪੁੱਤਰ, ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ, ਸਮਝ ਲੈਣਾ ਚਾਹੀਦਾ ਹੈ। ਹਾਥ ਜੋੜ ਬੋਲੇ ਸਕਲ ਗੁਰ ਸੁਤ ਸੁਨੋ ਸੁਜਾਨ। ਹੇ ਗੁਰੂ ਕੇ ਸਪੁੱਤਰ, ਤੁਸੀਂ ਬੜੇ ਸਿਆਣੇ ਸੂਝਵਾਨ ਹੋ, ਬਹੁਤ ਵੱਡਾ ਤੁਹਾਡਾ ਮਾਣ ਸਤਿਕਾਰ ਹੈ। ਜੋ ਹੋਈ ਮਰੀ ਗਊ ਤੇ ਦੋਸ਼ ਕਨੇਰੇ। ਕਹਿਣ ਲੱਗੇ, ਜੇ ਗਊ ਮਰੀ ਰਹਿਣ ਦਿੱਤੀ ਜਾਂਦੀ ਹੈ ਤੇ ਆਪਾਂ ਚਲੇ ਜਾਂਦੇ ਹਾਂ ਆਪਣੇ ਸਾਥੀਆਂ ਨੂੰ ਲੈ ਕਰਕੇ, ਤੇ ਇਹਦੇ ਵਿੱਚ ਵੀ ਬਹੁਤ ਵੱਡਾ ਗੁਨਾਹ ਪਾਪ ਹੈ। ਜੇ ਜੀਵੇ ਹੋਏ ਕੁਸ਼ਲ ਕਨੇਰੇ। ਤੇ ਜੇ ਗਊ ਨੂੰ ਤੁਸੀਂ ਜੀਵਾਲ ਦਿੰਦੇ ਹੋ ਅਜਮਤ ਦਿਖਾ ਕਰਕੇ, ਤੇ ਇਹਦੇ ਵਿੱਚ ਬਹੁਤ ਵੱਡਾ ਭਲਾ ਹੈ। ਇਹਦੇ ਵਿੱਚ ਕਈ ਕਤਲ ਹੋਣ ਤੋਂ, ਕਈ ਜੰਗ ਯੁੱਧ ਹੋਣ ਤੋਂ ਬਚ ਜਾਣਗੇ, ਕਈਆਂ ਦਾ ਭਲਾ ਹੋ ਜਾਏਗਾ ਜੇ ਇਸ ਤਰ੍ਹਾਂ ਕਰ ਦਿੰਦੇ ਹੋ। ਤੇ ਇਹਦੇ ਵਿੱਚ ਬਹੁਤ ਵੱਡੀ ਭਲਾਈ ਹੈ। ਜਿਉਂ ਕਿਉਂ ਕਰ ਦੀਜੈ ਇਸ ਪ੍ਰਾਨ। ਤੇ ਜਿਵੇਂ ਕਿਵੇਂ ਵੀ ਹੋਵੇ, ਹੇ ਗੁਰੂ ਸਪੁੱਤਰ, ਇਸ ਵੇਲੇ ਇਸ ਗਊ ਨੂੰ ਜੀਵਾਲ ਦੇਣਾ ਠੀਕ ਹੈ। ਇਹਦੇ ਵਿੱਚ ਸਾਨੂੰ ਇੰਝ ਲੱਗ ਰਿਹਾ ਹੈ, ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਂਤੀ ਬਣੀ ਰਹੇਗੀ। ਤੇ ਜੰਗਾਂ ਯੁੱਧਾਂ ਤੋਂ ਹੁਣ ਕੁਝ ਸਮੇਂ ਵਾਸਤੇ ਖਹਿੜਾ ਛੁੱਟਿਆ ਹੈ, ਤੇ ਸਤਿਗੁਰੂ ਜੀ ਇੱਥੇ ਪਹੁੰਚੇ ਹਨ। ਤੇ ਸ਼ਾਂਤੀ ਵਾਲਾ ਮਾਹੌਲ ਇਸ ਤਰ੍ਹਾਂ ਕਰਨ ਦੇ ਨਾਲ ਇਸੇ ਤਰ੍ਹਾਂ ਬਰਕਰਾਰ ਰਹੇਗਾ। ਸਭ ਦਿਸ਼ ਤੇ ਕਲਹਾ ਹੋਏ ਹਾਨ। ਤੇ ਸਾਰੇ ਪਾਸੇ ਜਿਹੜੀ ਕਲਾ ਜਿਹੜੀ ਹੋਣੀ ਹੈ, ਕਲੇਸ਼ ਜਿਹੜਾ ਹੋਣਾ ਹੈ, ਉਹ ਬਚ ਜਾਏਗਾ। ਨਹੀਂ ਤੇ ਇਹ ਜਾ ਕਰਕੇ ਰਾਜਿਆਂ ਨੂੰ ਬੇਨਤੀ ਕਰਨਗੇ, ਪਹਾੜੀ ਰਾਜਿਆਂ ਨੂੰ, ਉਹ ਫਿਰ ਜਾ ਕਰਕੇ ਬਾਦਸ਼ਾਹ ਤੱਕ ਗੱਲ ਪਹੁੰਚੇਗੀ, ਤੇ ਇਕੱਠੇ ਹੋਣਗੇ ਤੇ ਫਿਰ ਦੁਬਾਰਾ ਜੰਗ ਯੁੱਧ ਵਾਸਤੇ ਚੜ੍ਹਾਈ ਕਰਕੇ ਆਉਣਗੇ। ਇਹ ਸਾਰੇ ਰਲ ਕੇ ਜੰਗ ਕਰਨਗੇ, ਤੇ ਇਹਦੇ ਵਿੱਚ ਬਹੁਤ ਵੱਡਾ ਗੁਨਾਹ ਹੋਏਗਾ। ਪਹਿਲਾਂ ਦੀ ਤਰ੍ਹਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਮਰੇਗੀ। ਇਸ ਕਰਕੇ ਕਹਿਣ ਲੱਗੇ, ਬਹੁਤ ਵੱਡੀ ਕਲਾ ਹੋਣ ਤੋਂ ਬਚ ਜਾਏਗੀ। ਪਾਤਕ ਮਿਟੈ ਪੁੰਨ ਅਧਿਕਾਈ। ਤੇ ਇਸ ਤਰ੍ਹਾਂ ਇਹ ਜਿਹੜਾ ਪਾਪ ਹੈ ਉਹ ਮਿਟ ਜਾਏਗਾ, ਤੇ ਇਹਦੇ ਵਿੱਚ ਬਹੁਤ ਵੱਡਾ ਬਚਾਓ ਹੈ। ਬਸਰੈ ਕੀਰਤ ਬਿਮਲ ਸਦਾਈ। ਤੇ ਸਾਰੇ ਪਾਸੇ ਫਿਰ ਗੁਰੂ ਘਰ ਦੀ ਜਿਹੜੀ ਕੀਰਤੀ ਹੈ, ਜਿਹੜੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਚਾਰ ਪ੍ਰਸਾਰ ਕਰਾ ਰਹੇ ਹਨ, ਤੇ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਪੂਰੇ ਜਗਤ ਜਲੰਦੇ ਦੇ ਵਿੱਚ ਫੈਲੇਗੀ। ਔਰ ਕਹਿਣ ਲੱਗੇ ਕਿ ਜੇ ਕਿਤੇ ਕੁਝ ਲੋਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੁਹਾਡੇ ਸੁਪੁੱਤਰ ਨੂੰ ਜਾ ਕਰਕੇ ਦੱਸ ਵੀ ਦੇਣਗੇ, ਜੇ ਉਹਨਾਂ ਤੱਕ ਕੱਲ ਨੂੰ ਗੱਲ ਪਹੁੰਚ ਵੀ ਜਾਏਗੀ, ਠੀਕ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੱਲ ਨੂੰ ਮਨਜ਼ੂਰ ਨਹੀਂ ਕਰਨਗੇ। ਇਹ ਗੱਲ ਛੇਵੇਂ ਪਾਤਸ਼ਾਹ ਜੀ ਨੂੰ, ਤੁਹਾਡੇ ਪਿਤਾ ਜੀ ਨੂੰ ਚੰਗੀ ਨਹੀਂ ਲੱਗੇਗੀ। ਤੇ ਪਰ ਭਾਵੇਂ ਇਹ ਗੁਰਮਤ ਸਿਧਾਂਤ ਦੇ ਗੱਲ ਉਲਟ ਹੈ, ਪਰ ਇਹਦੇ ਵਿੱਚ ਬਹੁਤ ਜਾਣ ਭਲਾ ਵੀ ਹੈ। ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਸ਼ਾਂਤੀ ਵੀ ਬਣੀ ਰਹਿ ਸਕਦੀ ਹੈ। ਤੇ ਜਦੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਲੈਣਗੇ, ਜਾਂ ਬਾਕੀ ਸਿੱਖ ਉਹਨਾਂ ਨੂੰ ਦੱਸਣਗੇ ਕਿ ਸਤਿਗੁਰੂ ਜੀ ਇਸ ਤਰ੍ਹਾਂ ਮਜਬੂਰੀ ਦੇ ਵਿੱਚ ਇੱਕ ਸਾਰਾ ਕੁਝ ਕਰਨਾ ਪਿਆ ਹੈ, ਮਜਬੂਰ ਹੋ ਗਏ ਸਾਂ, ਤੇ ਸ਼ਾਇਦ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬਹੁਤਾ ਉਹਨਾਂ ਦੇ ਮਨ ਦੇ ਵਿੱਚ ਇਸੇ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਹੋਏਗੀ। ਤੇ ਇਸ ਤਰ੍ਹਾਂ ਵਾਰ-ਵਾਰ ਗੁਰੂ ਕੇ ਬੇਅੰਤ ਜਿਹੜੇ ਸਿੱਖ ਨਾਲ ਸਨ, ਸੈਨਿਕ ਸਨ, ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਬੇਨਤੀ ਕੀਤੀ ਹੈ। ਤੇ ਬਾਬਾ ਗੁਰਦਿੱਤਾ ਜੀ ਨੇ ਕੁਝ ਸਮਾਂ ਸ਼ਾਂਤ ਹੋ ਕਰਕੇ ਤੇ ਕਈ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਵਿਚਾਰੇ ਹਨ। ਜੇ ਇਹ ਕੰਮ ਕਰਦੇ ਹਨ ਤਾਂ ਵੀ ਗੁਨਾਹ ਗੁਰਮਤਿ ਸਿਧਾਂਤਾਂ ਦਾ ਹੈ, ਤੇ ਜੇ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਬਖੇੜਾ ਹੋਏਗਾ, ਜੰਗ ਯੁੱਧ ਹੋਣਗੇ। ਸਾਰੇ ਹਿੰਦੂ ਧਰਮ ਦੇ ਲੋਕ ਚੜ੍ਹ ਕੇ ਆ ਜਾਣਗੇ ਕਿ ਬਹੁਤ ਵੱਡਾ ਗੁਨਾਹ ਕਰ ਦਿੱਤਾ ਗਿਆ, ਜਾਂ ਜਾਣ ਬੁੱਝ ਕੇ
ਇਹ ਗਾਂ ਸਾਡੇ ਧਰਮ ਦੀ ਦੇਵੀ ਹੈ ਤੇ ਜਾਣ ਬੁੱਝ ਕੇ ਮਾਰਿਆ ਗਿਆ ਹੈ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਦੋਸ਼ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਤੇ ਲੱਗਣਗੇ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਗਊ ਦਾ ਕਤਲ ਕੀਤਾ ਗਿਆ ਹੈ। ਹੁਣ ਬਾਬਾ ਗੁਰਦਿੱਤਾ ਜੀ ਕੁਝ ਸਮਾਂ ਸ਼ਾਂਤ ਹੋ ਕਰਕੇ ਸੰਗਤ ਬੇਨਤੀ ਕਰ ਰਹੀ ਹੈ ਸ਼ਰਧਾਲੂ, ਪਰ ਬਾਬਾ ਗੁਰਦਿੱਤਾ ਜੀ ਕੁਝ ਸਮਾਂ ਵਿਚਾਰ ਰਹੇ ਹਨ। ਅਬ ਤੋ ਆਛੀ ਹੈ ਜੀਵਾਨ ਤੇ ਵਿਚਾਰ ਕਰਨ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਵਿਚਾਰਿਆ ਹੈ ਕਿ ਜੇ ਜੋ ਇਹ ਸਿੱਖ ਬੇਨਤੀ ਕਰ ਰਹੇ ਹਨ ਇਹੀ ਠੀਕ ਹੈ। ਸਾਹਿਤ ਪੋਨ ਕਰ ਰਾਰ ਮਿਟਾਵਨ ਇਹਦੇ ਵਿੱਚ ਹੀ ਭਲਾ ਹੈ, ਇਹਦੇ ਵਿੱਚ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਲੇਸ਼ ਹੋਣਗੇ ਉਹਦੇ ਤੋਂ ਬਚਾਓ ਹੋ ਸਕਦਾ ਹੈ। ਸਾਹਿਤ ਇਹਦੇ ਵਿੱਚ ਪੁੰਨ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਝਗੜਾ ਵੀ ਨਹੀਂ ਹੋਏਗਾ। ਪਿਤਾ ਕੋਪ ਕੋ ਲੈ ਸਹਾਰ ਤੇ ਬਾਬਾ ਗੁਰਦਿੱਤਾ ਜੀ ਨੇ ਮਨ ਦੇ ਵਿੱਚ ਫੈਸਲਾ ਕਰ ਲਿਆ ਹੈ ਕਿ ਜੇ ਪਿਤਾ ਜੀ ਕੋਈ ਮੈਨੂੰ ਸਜ਼ਾ ਦੇਣਗੇ ਵੀ ਤੇ ਉਹ ਮੈਂ ਆਪਣੇ ਤਨ ਤੇ ਸਹਾਰ ਲਵਾਂਗਾ। ਹੁਣ ਬਾਬਾ ਗੁਰਦਿੱਤਾ ਜੀ ਦੀ ਅੱਖਾਂ ਦੇ ਸਾਹਮਣੇ ਕਦੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਬਾਬਾ ਅਟਲ ਰਾਏ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਜਿਸ ਤਰ੍ਹਾਂ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਵੀ ਸਰਵਣ ਕਰ ਰਹੇ ਸੀ, ਜੇ ਬਾਬਾ ਅਟਲ ਰਾਏ ਜੀ ਨੇ ਆਪਣੇ ਸਾਥੀ ਮੋਹਨ ਨੂੰ ਇਸ ਤਰ੍ਹਾਂ ਅਜ਼ਮਤ ਦਿਖਾ ਕਰਕੇ ਉਠਾਲਿਆ ਸੀਗਾ ਤੇ ਛੇਵੇਂ ਪਾਤਸ਼ਾਹ ਜੀ ਨਾਰਾਜ਼ ਹੋ ਗਏ ਸਨ, ਮਨਜ਼ੂਰ ਨਹੀਂ ਸੀ ਕੀਤਾ। ਪਾਤਸ਼ਾਹ ਜੀ ਨੇ ਆਖਿਆ ਸੀ ਬਹੁਤ ਵੱਡਾ ਗੁਨਾਹ ਕੀਤਾ ਹੈ ਬਾਬਾ ਅਟਲ ਰਾਏ ਜੀ ਨੇ, ਤੇ ਬਾਬਾ ਅਟਲ ਰਾਏ ਜੀ ਫਿਰ ਸਨ। ਇਸੇ ਤਰ੍ਹਾਂ ਹੁਣ ਬਾਬਾ ਜੀ ਵੀ ਵਿਚਾਰ ਰਹੇ ਹਨ ਕਿ ਮੈਨੂੰ ਵੀ ਗੁਰਮੁਖਾਰ ਕੋਈ ਵੱਡੀ ਸਜ਼ਾ ਲੱਗੇ, ਕੋਈ ਤਨਖਾਹ ਲੱਗ ਸਕਦੀ ਹੈ। ਪਰ ਬਾਬਾ ਗੁਰਦਿੱਤਾ ਜੀ ਨੇ ਵਿਚਾਰਿਆ ਹੈ ਜੇ ਇਸ ਤਰ੍ਹਾਂ ਹੋਏਗਾ ਵੀ ਤੇ ਇਹਦੇ ਵਿੱਚ ਜੇ ਮੈਂ ਇਸ ਤਰ੍ਹਾਂ ਨਹੀਂ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਕਲੇਸ਼ ਪੈਦਾ ਹੋਣਗੇ। ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਮੈਨੂੰ ਕੋਈ ਸਜ਼ਾ ਮਿਲਦੀ ਵੀ ਹੈ ਉਹ ਮੈਂ ਆਪਣੇ ਤਨ ਤੇ ਸਹਾਰ ਲਵਾਂਗਾ। ਜਥਾ ਕਹੈ ਸੋ ਕਰ ਹੈ ਕਾਰ ਔਰ ਪਿਤਾ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਵੀ ਕਹਿਣਗੇ, ਜੋ ਮੈਨੂੰ ਕਹਿਣਗੇ ਮੈਂ ਉਸੇ ਤਰ੍ਹਾਂ ਭਾਣਾ ਮੰਨ ਲਵਾਂਗਾ। ਏਮ ਔਰ ਲਿਆਏ ਤਿਰੰਗਮ ਸ਼ੋਰ ਔਰ ਹੁਣ ਬਾਬਾ ਗੁਰਦਿੱਤਾ ਜੀ ਉਸੇ ਵੇਲੇ ਫਿਰ ਘੋੜੇ ਤੋਂ ਥੱਲੇ ਉਤਰੇ ਹਨ, ਛਾਲ ਮਾਰ ਕੇ ਬਾਬਾ ਗੁਰਦਿੱਤਾ ਜੀ ਇੱਧਰ ਚੱਲੇ ਹਨ। ਪੁੱਤਰ ਗਏ ਮਿਰਤ ਤੈਨੂੰ ਔਰ ਤੇ ਜਿੱਧਰਲੇ ਪਾਸੇ ਮ੍ਰਿਤਕ ਗਾਂ ਦਾ ਸਰੀਰ ਪਿਆ ਹੈ ਚੱਲ ਕੇ ਉਧਰ ਗਏ ਹਨ। ਨੀਮ ਤਰੋਵਰ ਕੀ ਨਵਲਾਸੀ ਔਰ ਹੱਥ ਦੇ ਵਿੱਚ ਇੱਕ ਨਿੰਮ ਦੀ ਛੋਟੀ ਜੀ ਸੋਟੀ ਬਾਬਾ ਗੁਰਦਿੱਤਾ ਜੀ ਨੇ ਫੜੀ ਹੈ ਹਾਥ ਗਹੀ ਪਹੁੰਚੇ ਕੋ ਪਾਸੀ ਤੇ ਹੱਥ ਦੇ ਵਿੱਚ ਲੈ ਕਰਕੇ ਉਸ ਵੇਲੇ ਗਾਂ ਦੇ ਕੋਲ ਬਾਬਾ ਗੁਰਦਿੱਤਾ ਜੀ ਚਲੇ ਗਏ ਹਨ। ਸ਼ਰੀ ਲਗਾਏ ਗੋ ਕੇ ਦਾਤਾ ਸ਼੍ਰੀ ਔਰ ਉਸ ਵੇਲੇ ਛੜੀ ਦੇ ਨਾਲ, ਉਸ ਸੋਟੀ ਦੇ ਨਾਲ ਗਊ ਦਾ ਤਨ ਜਿਹੜਾ ਬਾਬਾ ਗੁਰਦਿੱਤਾ ਜੀ ਨੇ ਹਿਲਾਇਆ ਹੈ। ਸ੍ਰੀ ਮੁਕਤੇ ਬੋਲੇ ਇਸ ਭਾਂਤ ਪੁੱਥੋ ਮਾਤ ਤੇ ਇਸ ਤਰ੍ਹਾਂ ਫਿਰ ਬਾਬਾ ਗੁਰਦਿੱਤਾ ਜੀ ਆਪਣੀ ਰਸਨਾ ਤੋਂ ਗਊ ਦੇ ਤਨ ਨੂੰ ਹਿਲਾਉਂਦੇ ਹੋਏ ਨਾਲ ਨਾਲ ਬੋਲ ਰਹੇ ਸਨ। ਆਪ ਨਿੰਦਰਾ ਤਿਆਗੋ ਪੂਰਬ ਸਮ ਚਰਬੇ ਕਹਿਣ ਲੱਗੇ ਕਿ ਹੁਣ ਆਪਣਾ ਬਾਬਾ ਗੁਰਦਿੱਤਾ ਜੀ ਨੇ ਬਚਨ ਕੀਤਾ, ਉਠੋ ਮਾਤ ਨਿੰਦਰਾ ਤਿਆਗੋ ਪੂਰਬ ਸਮ ਚਰਬੇ ਤਰਨ ਲਾਗੋ। ਕਹਿਣ ਲੱਗੇ ਪਹਿਲਾਂ ਦੀ ਤਰ੍ਹਾਂ ਨਿੰਦਰਾ ਛੱਡ ਦਿਓ ਤੇ ਉਠੋ, ਔਰ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਬਾਕੀ ਸਾਰੇ ਜਿਹੜੇ ਜਾਨਵਰ ਚੱਲ ਰਹੇ ਹਨ, ਬਾਕੀ ਸਾਰੇ ਪਸ਼ੂ ਜਿਸ ਤਰ੍ਹਾਂ ਚੱਲ ਰਹੇ ਹਨ। ਤੇ ਬਾਬਾ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਹਿਲਾਉਂਦਿਆਂ ਹੋਇਆਂ ਕਿਹਾ ਕਿ ਭਾਈ ਉਠੋ ਤੇ ਤੁਸੀਂ ਵੀ ਘਾਹ ਚਰੋ ਜੀ, ਪੂਰਬ ਸਮ ਚਰਬੇ ਤਰਨ ਲਾਗੋ ਤੇ ਪਹਿਲਾਂ ਦੀ ਤਰ੍ਹਾਂ ਘਾਹ ਚਰੋ। ਸੁਭਾਟ ਸਕਲ ਅਰ ਕਰੇ ਪ੍ਰਹਾਰੀ ਤੇ ਸਾਰੇ ਬੜੇ ਧਿਆਨ ਦੇ ਨਾਲ ਨੇੜੇ ਹੋ ਕਰਕੇ ਕਈਆਂ ਥਾਵਾਂ ਦੇ ਲੋਕ ਉਸ ਵੇਲੇ ਇੱਥੇ ਇਕੱਤਰ ਹੋ ਗਏ ਹਨ। ਨੇੜੇ ਨੇੜੇ ਆ ਕਰਕੇ ਸਾਰੇ ਦੇਖ ਰਹੇ ਹਨ ਕਿ ਹੁਣ ਕੀ ਹੋਏਗਾ, ਕਿਵੇਂ ਇਹ ਬਹੁਤ ਵੱਡਾ ਕੰਮ ਹੋਣ ਲੱਗਿਆ ਹੈ। ਸੁਭਾਟ ਸਗਲ ਅਰ ਖਰੇ ਪਹਾੜੀ ਗੁਰੂ ਕੇ ਜੋਧੇ ਕੋਲ ਖੜੇ ਹਨ। ਬਹੁਤ ਸਾਰੇ ਪਹਾੜੀ ਲੋਕ, ਬਹੁਤ ਸਾਰੇ ਪਸ਼ੂ ਚਾਰਨ ਵਾਲੇ ਕੋਲ ਆਏ ਹਨ। ਮਾਰੀ ਤੇਨ ਸੋ
ਕੌਤਕ ਦੇਖ ਕਰਕੇ ਹੈਰਾਨ ਰਹਿ ਗਏ। ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਹੈ। ਕਮਾਲ ਹੈ ਕਿ ਗੁਰੂ ਕੇ ਸਪੁੱਤਰ ਦੇ ਵਿੱਚ ਕਿੰਨੀਆਂ ਵੱਡੀਆਂ ਅਜ਼ਮਤਾਂ ਹਨ, ਕਿੰਨੀਆਂ ਵੱਡੀਆਂ ਬਰਕਤਾਂ ਦੇ ਮਾਲਕ ਹਨ ਬਾਬਾ ਗੁਰਦਿੱਤਾ ਜੀ। ਇਹ ਦੇਖ ਕੇ ਸਾਰਿਆਂ ਦੀ ਇੱਕਦਮ ਸਾਰੇ ਅਚੰਭਤ ਹੋਏ, ਹੈਰਾਨ ਹੋਏ ਹਨ। ਆਖਤ ਹੋਏ ਹਾਕ ਸੰਭਾਰੀ। ਔਰ ਜਿਹੜਾ ਮਾਲਕ ਸੀਗਾ ਗਊ ਦਾ, ਉਹ ਬੜਾ ਪ੍ਰਸੰਨ ਹੋਇਆ ਹੈ। ਹਰਖਤ ਹੋਏ, ਹਾਕ ਸੰਭਾਰੀ, ਤੇ ਆਪਣੀ ਗਾਂ ਨੂੰ ਹਿੱਕ ਕੇ ਉਹਨੇ ਅੱਗੇ ਲਾ ਲਿਆ ਹੈ। ਲੈ ਗਮਨੇ ਜੈ ਸੁਰਬੀ ਸਾਰੀ। ਔਰ ਉਧਰਲੇ ਪਾਸੇ ਲੈ ਗਿਆ ਜਿੱਥੇ ਉਹਦੇ ਬਾਕੀ ਸਾਰੇ ਪਸ਼ੂ ਚੱਲ ਰਹੇ ਹਨ। ਕਰ ਬੰਧਨ ਕੋ ਸੋ ਜਸ ਉਚਾਰਤ। ਤੇ ਕਈਆਂ ਨੇ ਆ ਕਰਕੇ ਬਾਬਾ ਗੁਰਦਿੱਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਬਾਬਾ ਗੁਰਦਿੱਤਾ ਜੀ ਦੀ ਕੀਰਤੀ ਕੀਤੀ ਹੈ, ਜਸ ਉਚਾਰਿਆ ਹੈ। ਪੁਰਾਣੇ ਸਮੇਂ ਦੇ ਵਿੱਚ, ਪਹਿਲਿਆਂ ਸਮਿਆਂ ਦੇ ਵਿੱਚ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਭਾਈ ਤੂੰ ਦਿਖਾ ਤੇਰੇ ਕੋਲ ਕਿੰਨੀਆਂ ਕਰਾਮਾਤਾਂ ਹਨ। ਜਿਹਦੇ ਕੋਲ ਵੱਧ ਜਿੰਨੀਆਂ ਕਰਾਮਾਤਾਂ ਹੁੰਦੀਆਂ ਸਨ ਓਨਾ ਹੀ ਵੱਡਾ ਗੁਰੂ ਹੈ। ਜਿੰਨੀਆਂ ਰਿੱਧੀਆਂ ਸਿੱਧੀਆਂ ਵੱਧ ਹੋਣ ਓਨਾ ਵੱਡਾ ਇਹ ਧਾਰਮਿਕ ਪੁਰਸ਼ ਹੈ। ਹੁਣ ਬਾਬਾ ਗੁਰਦਿੱਤਾ ਜੀ ਜਦੋਂ ਇਸ ਤਰ੍ਹਾਂ ਅਚੰਭਿਤ ਕਾਰਜ ਸਾਰਿਆਂ ਨੇ ਦੇਖਿਆ ਹੈ, ਕਹਿਣ ਲੱਗੇ ਕਰ ਬੰਧਨ ਕੋ ਸੋ ਜਸ ਉਚਾਰਤ। ਬਾਬਾ ਗੁਰਦਿੱਤਾ ਜੀ ਨੂੰ ਕਈਆਂ ਨੇ ਬੰਦਨਾ ਵੀ ਕੀਤੀ ਹੈ ਤੇ ਕਈ ਉਹਨਾਂ ਦੀ ਕੀਰਤੀ ਕਰਨ ਲੱਗੇ ਹਨ। ਗਏ ਗੁਰੂ ਮਹਿਮਾ ਔਰ ਧਾਰਤ। ਔਰ ਜਿੱਥੇ ਬਾਬਾ ਗੁਰਦਿੱਤਾ ਜੀ ਦੀ ਮਹਿਮਾ ਕਰ ਰਹੇ ਹਨ, ਉੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵੀ ਕਈ ਲੋਕ ਜਿਹੜੇ ਕਰਾਮਾਤਾਂ ਨੂੰ ਹੀ ਧਰਮ ਮੰਨਦੇ ਸਨ, ਉਹ ਗੁਰੂ ਘਰ ਦੀ ਵੱਡੀ ਵਡਿਆਈ ਕਰ ਰਹੇ ਹਨ। ਗੁਰਸੁਤ ਚੜੇ ਤੋ ਰੰਗਮ ਚਲੇ। ਪਰ ਬਾਬਾ ਗੁਰਦਿੱਤਾ ਜੀ, ਉਹ ਲੋਕ ਤਾਂ ਖੁਸ਼ ਹੋ ਗਏ, ਪਰ ਬਾਬਾ ਗੁਰਦਿੱਤਾ ਜੀ ਬੜੇ ਸ਼ਾਂਤ ਹੋ ਗਏ। ਪਤਾ ਹੈ ਬਾਬਾ ਗੁਰਦਿੱਤਾ ਜੀ ਨੂੰ ਵੀ ਚੰਗੀ ਤਰ੍ਹਾਂ ਜਾਣੂ ਹਨ ਕਿ ਇਹ ਮੈਂ ਕੀਤਾ ਅਸਲ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ, ਮੇਰੇ ਕੋਲੋਂ ਪਾਪ ਹੋਇਆ ਹੈ। ਮੈਂ ਗੁਰਮਤ ਦੀ ਜਿਹੜੀ ਵਿਚਾਰਧਾਰਾ ਹੈ ਉਹਦੀ ਉਲੰਘਣਾ ਕੀਤੀ ਹੈ। ਹੁਣ ਬਾਬਾ ਗੁਰਦਿੱਤਾ ਜੀ ਸ਼ਾਂਤ ਹੋ ਕਰਕੇ ਘੋੜੇ ਤੇ ਚੜ੍ਹ ਕੇ ਵਾਪਸ ਚੱਲੇ ਹਨ। ਭਗਤ ਸੰਗ ਗਮਨੇ ਸਭ ਮਿਲੇ। ਔਰ ਬਾਕੀ ਸਾਰੇ ਜਿਹੜੇ ਸਾਥੀ ਸਨ ਤੇ ਜਾਂ ਉਹ ਸਾਥੀ ਜਿਹੜਾ ਪਕੜ ਲਿਆ ਸੀਗਾ ਨਗਰ ਦੇ ਆਸ-ਪਾਸ ਦੇ ਲੋਕਾਂ ਨੇ, ਉਹਨਾਂ ਨੇ ਉਹਨੂੰ ਛੱਡ ਦਿੱਤਾ ਹੈ ਤੇ ਸਾਰੇ ਰਲ ਕੇ ਬਾਬਾ ਗੁਰਦਿੱਤਾ ਜੀ ਦੇ ਨਾਲ ਚੱਲ ਪਏ ਹਨ। ਕਿਸਮਤ ਮਤ ਕੀਰਤ ਪਰ ਆਏ। ਤੇ ਸਾਰੇ ਹੈਰਾਨ ਹਨ। ਬਹੁਤ ਵੱਡੀਆਂ ਵਡਿਆਈਆਂ ਬਾਬਾ ਗੁਰਦਿੱਤਾ ਜੀ ਦੀਆਂ ਕਰ ਰਹੇ ਹਨ ਤੇ ਉਹ ਵਾਪਸ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆਏ। ਤੇ ਇਹ ਜਿਹੜੀ ਖਬਰ ਹੈ ਇਹ ਹੁਣ ਲੁਕਾਇਆਂ ਤੋਂ ਲੁਕਣ ਵਾਲੀ ਨਹੀਂ ਸੀਗੀ। ਇਹ ਵੀ ਖਬਰ ਜਿਹੜੀ ਹੈ ਹੌਲੀ ਹੌਲੀ ਕੀਰਤਪੁਰ ਸਾਹਿਬ ਤੱਕ ਪਹੁੰਚ ਗਈ ਹੈ ਕਿ ਗੁਰੂ ਕੇ ਸਪੁੱਤਰ ਨੇ ਤਾਂ ਬਹੁਤ ਵੱਡੀਆਂ ਕਰਾਮਾਤਾਂ ਦਾ ਪ੍ਰਗਟਾਵਾ ਕੀਤਾ ਹੈ, ਅਜ਼ਮਤ ਦਿਖਾਈ ਹੈ। ਬਾਬਾ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਦੀ ਅਜ਼ਮਤ ਸ਼ਿਕਾਰ ਖੇਡਣ ਵੇਲੇ ਦਿਖਾਈ ਹੈ। ਇਹ ਗੱਲਾਂ ਵੀ ਲੋਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਕਈਆਂ ਥਾਵਾਂ ਤੇ ਹੋਣ ਲੱਗੀਆਂ ਹਨ। ਤੇ ਬਾਬਾ ਗੁਰਦਿੱਤਾ ਜੀ ਫਿਰ ਵਾਪਸ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਘੋੜੇ ਤੋਂ ਉਤਰੇ, ਆਪਣੇ ਅਸਥਾਨ ਵੱਲ ਗਏ ਹਨ। ਔਰ ਹੁਣ ਸੁਬਹ ਤੋਂ ਜੰਗਲ ਦੇ ਵਿੱਚ ਗਏ ਸਨ, ਪਹਾੜੀ ਇਲਾਕੇ ਦੇ ਵਿੱਚ, ਤੇ ਤਕਰੀਬਨ ਹੁਣ ਦੁਪਹਿਰ ਦਾ ਜਿਹੜਾ ਸਮਾਂ ਉਹ ਹੋਇਆ ਹੈ। ਭੋਜਨ ਕਰ ਮਨ ਭਾਏ ਵਿਸਾਲਾ। ਤੇ ਆਣ ਕਰਕੇ ਬਾਬਾ ਗੁਰਦਿੱਤਾ ਜੀ ਨੇ ਤੇ ਸਾਥੀਆਂ ਨੇ ਭੋਜਨ ਪ੍ਰਸ਼ਾਦਾ ਛਕਿਆ ਹੈ। ਸਥਾਨ ਆਪਨ ਸਭ ਜਾਈ। ਤੇ ਦੁਪਹਿਰ ਵੇਲੇ ਆਪਣੇ ਆਪਣੇ ਥਾਵਾਂ ਤੇ, ਕਿਉਂਕਿ ਸਾਰੇ ਗੁਰੂ ਕੇ ਸਿੱਖ ਬੜੀ ਸਵੇਰ ਤੋਂ ਜਾਗ ਜਾਂਦੇ ਸਨ, ਦੀਵਾਨ ਸਜਦਾ ਹੈ, ਗੁਰਬਾਣੀ ਪੜ੍ਹਦੇ ਹਨ, ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਹੈ। ਫਿਰ ਕੁਝ ਕੁ ਸਮਾਂ ਦੁਪਹਿਰੇ ਟਿਕ ਜਾਂਦੇ ਹਨ। ਬਾਬਾ ਗੁਰਦਿੱਤਾ ਜੀ ਨੇ ਵੀ ਕੁਝ ਸਮਾਂ ਆਰਾਮ ਕੀਤਾ ਹੈ। ਸਤਿਗੁਰ ਸੁਨਿਆ ਅਸਨ ਆਪ ਖਾਈ। ਤੇ ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਹੈ ਕਿ ਕੁਝ ਜਿਹੜੇ ਸਾਡੇ ਸਾਥੀ ਸੈਨਿਕ ਬਾਬਾ ਗੁਰਦਿੱਤਾ ਜੀ ਦੇ ਨਾਲ ਗਏ ਸਨ, ਉਹਨਾਂ ਨੇ ਹੁਣ ਜਾ ਕਰਕੇ ਬੜੀ ਲੇਟ ਦੁਪਹਿਰ ਦਾ ਭੋਜਨ ਛਕਿਆ ਹੈ, ਪ੍ਰਸ਼ਾਦਾ ਛਕਿਆ ਹੈ। ਤੇ ਸਤਿਗੁਰਾਂ ਨੇ ਦੇਰੀ ਦੇ ਨਾਲ ਆਉਣ ਦਾ ਕਾਰਨ ਪੁੱਛਣ ਵਾਸਤੇ ਜਿਹੜੇ ਕੁਝ ਸਾਥੀ ਨਾਲ ਗਏ ਸਨ, ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੋਲ ਸੱਦਿਆ ਹੈ। ਨਿਕਟ ਆਏ ਪਿਖ ਬਾਕ ਲਾਇਓ।
ਔਰ ਜਦੋਂ ਉਹ ਨੇੜੇ ਪਹੁੰਚੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਪੁੱਛਦੇ ਹਨ। ਆਜ ਕਹਾਂ ਤੁਮ ਸਮਾਂ ਬਿਤਾਇਓ। ਕਹਿਣ ਲੱਗੇ ਕਿ ਹੇ ਭਾਈ, ਅੱਜ ਬਹੁਤ ਸਾਰਾ ਸਮਾਂ ਤੁਸੀਂ ਬਾਹਰ ਹੀ ਬਤੀਤ ਕਰਕੇ ਆਏ ਹੋ ਵਿਚਰਤ ਵਹਿਰ ਅਸਨ ਅਬ ਖਾਇਓ। ਤੇ ਦੂਰ ਤੱਕ ਗਏ ਲੱਗਦੇ ਹੋ ਤੇ ਬੜਾ ਲੇਟ ਭੋਜਨ ਛਕਿਆ ਹੈ, ਬਹੁਤ ਲੇਟ ਵਾਪਸ ਆਏ ਹੋ। ਇਹਦਾ ਕੀ ਕਾਰਨ ਹੈ? ਸਗਰੀ ਸਾਚੀ ਦੇਵ ਬਤਾਏ। ਤੇ ਸਾਰੀ ਗੱਲ ਕਿਉਂ ਇਤਨੀ ਦੇਰ ਲੱਗੀ ਹੈ? ਧਿਆਨ ਸਹਿਤ ਸਾਰੀ ਗੱਲ ਸਾਨੂੰ ਸੁਣਾਓ ਜੀ। ਪੂਰ ਕਹੈ ਤਾਂ ਦੋਸ਼ ਲਗਾਏ। ਕਹਿਣ ਲੱਗੇ ਜੇ ਝੂਠ ਬੋਲੋਗੇ ਤੇ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਦੋਸ਼ ਗਿਣਿਆ ਜਾਏਗਾ। ਸੁਨਤ ਸੁਭਾਟ ਕੰਪਿਓ ਸਭ ਗਾਤ। ਤੇ ਹੁਣ ਜਿਹੜੇ ਨਾਲ ਸਾਥੀ ਗਏ ਸਨ, ਜਿਹੜੇ ਸ਼ਾਇਦ ਨਹੀਂ ਸੀ ਚਾਹੁੰਦੇ ਕਿ ਇਹ ਗੱਲ ਸਤਿਗੁਰਾਂ ਤੱਕ ਪਹੁੰਚੇ, ਪਰ ਜਾਣਦੇ ਉਹ ਵੀ ਸਨ ਕਿ ਪਾਤਸ਼ਾਹ ਜੀ ਤਾਂ ਅੰਤਰਜਾਮੀ ਹਨ, ਉਹਨਾਂ ਨੇ ਤਾਂ ਜਾਣ ਹੀ ਲੈਣਾ ਹੈ। ਪਰ ਤਾਂ ਵੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਨਹੀਂ ਸੀ ਚਾਹੁੰਦੇ ਕਿ ਅਸੀਂ ਆਪਣੇ ਮੂੰਹੋਂ ਸਾਰਾ ਕੁਝ ਪਾਤਸ਼ਾਹ ਜੀ ਨੂੰ ਜਾ ਕਰਕੇ ਦੱਸੀਏ, ਪਰਦਾ ਰੱਖਣਾ ਚਾਹੁੰਦੇ ਸਨ। ਔਰ ਸੁਨਤ ਸੁਭਾਟ ਕੰਪਿਓ ਸਭ ਗਾਤ। ਇੱਕਦਮ ਉਹ ਜਿਹੜੇ ਯੋਧੇ ਸਨ ਕੰਬ ਗਏ, ਸਿੱਖ ਕੰਬ ਗਏ ਕਿ ਜੇ ਪਾਤਸ਼ਾਹ ਜੀ ਨੂੰ ਦੱਸਿਆ ਤੇ ਪਤਾ ਨਹੀਂ ਗਰੀਬ ਨਿਵਾਜ ਸਤਿਗੁਰੂ ਜੀ ਕੀ ਬਚਨ ਕਹਿ ਦੇਣ ਜਾਂ ਕਿਸ ਤਰ੍ਹਾਂ ਦਾ ਬਚਨ ਕਰ ਦੇਣ ਬਾਬਾ ਗੁਰਦਿੱਤਾ ਜੀ ਦੇ ਵਾਸਤੇ। ਇਸ ਕਰਕੇ ਦੱਸਣ ਵਾਲਿਆਂ ਦੇ ਮਨ ਵੀ ਇੱਕ ਵਾਰੀ ਕੰਬ ਗਏ ਹਨ। ਲਵਿਓ ਬਤਾਵਨ ਸਾਚੀ ਬਾਤ। ਤੇ ਪਰ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਹੈ ਕਿ ਭਾਈ ਸੱਚ ਬੋਲਣਾ ਹੈ, ਕੂੜ ਨਹੀਂ ਬੋਲਣਾ। ਇਸ ਕਰਕੇ ਸਾਰੀ ਸਹੀ ਜਿਹੜੀ ਗੱਲ ਹੈ ਉਹ ਗੁਰੂ ਕੇ ਸਿੱਖ ਪਾਤਸ਼ਾਹ ਜੀ ਨੂੰ ਦੱਸਣ ਲੱਗੇ ਹਨ। ਔਰ ਕਹਿਣ ਲੱਗੇ ਜੇ ਅਸੀਂ ਕੋਈ ਗੱਲ ਬਣਾ ਕੇ ਹੋਰ ਵੀ ਦੱਸ ਦੇਵਾਂਗੇ ਪਰ ਸੱਚਾਈ ਤਾਂ ਪਾਤਸ਼ਾਹ ਜੀ ਤੱਕ ਪਹੁੰਚ ਹੀ ਜਾਣੀ ਹੈ, ਇਹ ਗੱਲ ਲੁਕੀ ਤਾਂ ਰਹਿਣੀ ਨਹੀਂ ਹੈ। ਸਤਿਗੁਰੂ ਜੀ ਤਾਂ ਸਾਰਾ ਕੁਝ ਬਿਨਾਂ ਦੱਸਣ ਤੋਂ ਹੀ ਜਾਣਦੇ ਹਨ। ਔਰ ਇਸ ਕਰਕੇ ਫਿਰ ਉਹਨਾਂ ਨੂੰ ਸੱਚ ਜਿਹੜਾ ਹੈ ਉਹ ਬਿਆਨ ਕਰਨਾ ਪਿਆ ਹੈ। ਮੁਝ ਪ੍ਰਤ ਦਇ ਹੈ ਸਰਾਪ ਉਚਾਰੀ। ਔਰ ਕਹਿਣ ਲੱਗੇ ਕਿ ਜੇ ਅਸੀਂ ਪਰਦਾ ਰੱਖਾਂਗੇ ਜਾਂ ਝੂਠ ਬੋਲਣ ਦੀ ਕੋਸ਼ਿਸ਼ ਕਰਾਂਗੇ ਤੇ ਛੇਵੇਂ ਪਾਤਸ਼ਾਹ ਜੀ ਬੇਖਬਰੇ ਕਿਸ ਤਰ੍ਹਾਂ ਦਾ ਬਚਨ ਕਰ ਦੇਣ, ਕੋਈ ਗਲਤ ਬਚਨ ਕਰ ਦੇਣ ਤੇ ਇਹਦੇ ਵਿੱਚ ਬਹੁਤ ਵੱਡਾ ਸਾਡੇ ਤੇ ਕੋਈ ਦੋਸ਼ ਲੱਗ ਜਾਏਗਾ। ਇਸ ਤਰ੍ਹਾਂ ਫਿਰ ਸੱਚ ਉਹਨਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਸਾਥੀਆਂ ਨੂੰ ਦੱਸਣਾ ਪਿਆ ਹੈ। ਅਚਰਜ ਆਜ ਕਉ ਮਰ ਗਏ। ਸ਼ਾਹ ਗਰੀਬ ਨਿਵਾਜ ਸਤਿਗੁਰੂ ਜੀਓ, ਅਚਰਜ ਆਜ, ਅੱਜ ਤੱਕ ਅਚਰਜ ਹੀ ਕੰਮ ਹੋਇਆ ਹੈ ਕਿ ਗਊ ਮਰ ਗਈ। ਅਚਾਨਕ ਇੱਕ ਸਾਡੇ ਯੋਧੇ ਦੇ ਪਾਸੋਂ ਭੁਲੇਖੇ ਦੇ ਨਾਲ ਇੱਕ ਗਊ ਦੇ ਉੱਪਰ ਨਿਸ਼ਾਨਾ ਲਾਇਆ ਗਿਆ। ਜੰਗਲੀ ਕਿਸੇ ਖਤਰਨਾਕ ਜਾਨਵਰ ਦਾ ਭੁਲੇਖਾ ਪਿਆ ਤੇ ਇੱਕਦਮ ਇੱਕ ਗਊ ਤੇ ਵਾਰ ਹੋਇਆ ਹੈ। ਜਾਣੇ ਬਿਨਾ ਮਾਰ ਭਟਦਈ। ਤੇ ਸਾਡੇ ਇੱਕ ਯੋਧੇ ਨੇ ਚੰਗੀ ਤਰ੍ਹਾਂ ਦੇਖਣ ਤੋਂ ਬਿਨਾਂ ਵਾਰ ਕੀਤਾ ਤੇ ਜਿਹਦੇ ਵਾਰ ਦੇ ਨਾਲ ਫਿਰ ਇੱਕ ਗਾਂ ਇੱਕ ਕਿਰਸਾਨ ਦੀ ਮਾਰੀ ਗਈ ਸੀਗੀ। ਆਏ ਕੋ ਹਿਆ ਸ਼ੋਰ ਮਚਾਇਓ। ਤੇ ਫਿਰ ਹੇ ਪਾਤਸ਼ਾਹ ਉਸ ਇਲਾਕੇ ਦੇ ਬਹੁਤ ਸਾਰੇ ਲੋਕ ਉੱਥੇ ਹੋਰ ਵੀ ਇਕੱਠੇ ਹੋ ਗਏ ਤੇ ਉਹਨਾਂ ਨੇ ਸਾਡੇ ਸਾਥੀ ਨੂੰ ਪਕੜ ਵੀ ਲਿਆ। ਆਏ ਕੋਹੀਆਂ ਸ਼ੋਰ ਮਚਾਇਓ, ਕਹਿਣ ਲੱਗੇ ਉੱਚੀ ਫਿਰ ਉਹਨਾਂ ਨੇ ਰੌਲਾ ਵੀ ਪਾਇਆ ਸੀਗਾ। ਗੁਰਦਿੱਤਾ ਸੁਣ ਤਬ ਆਇਓ। ਔਰ ਫਿਰ ਆਵਾਜ਼ ਨੂੰ ਸੁਣ ਕਰਕੇ ਆਪਣੇ ਸਾਥੀ ਨੂੰ ਬਚਾਉਣ ਵਾਸਤੇ ਬਾਬਾ ਗੁਰਦਿੱਤਾ ਜੀ ਵੀ ਉੱਥੇ ਪਹੁੰਚ ਗਏ ਸਨ। ਮਹਾਦੋਸ਼ ਕੋ ਘਾਤ ਪਛਾਨਾ। ਔਰ ਫਿਰ ਬਾਬਾ ਗੁਰਦਿੱਤਾ ਜੀ ਨੂੰ ਸਾਰਿਆਂ ਨੇ ਆਖਿਆ ਸੀਗਾ ਕਿ ਇਹ ਬਹੁਤ ਵੱਡਾ ਗੁਨਾਹ ਹੈ, ਬਹੁਤ ਵੱਡਾ, ਗਊ ਨੂੰ ਮਾਰਨਾ ਤਾਂ ਵੱਡਾ ਪਾਪ ਹੈ। ਇਸ ਕਰਕੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਫਿਰ ਬਾਬਾ ਗੁਰਦਿੱਤਾ ਜੀ ਨੂੰ ਬੇਨਤੀ ਕੀਤੀ ਸੀਗੀ। ਭਾਵੇਂ ਸਭਨ ਕੇ ਦੀਨ। ਸਾਰਿਆਂ ਨੇ ਰਲ ਕੇ ਇਹ ਬੇਨਤੀ ਕੀਤੀ ਕਿ ਤੁਸੀਂ ਤਾਂ ਗੁਰੂ ਕੇ ਸਪੁੱਤਰ ਹੋ, ਤੁਸੀਂ ਕੁਝ ਵੀ ਕਰਨ ਦੀ ਤਾਕਤ ਰੱਖਦੇ ਹੋ, ਤੇ ਪਰ ਜੇ ਤੁਸੀਂ ਇਸ ਗਊ ਨੂੰ ਪ੍ਰਾਣ ਨਾ ਦਿੱਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਕਲੇਸ਼ ਤੇ ਜੰਗ ਯੁੱਧ ਹੋਣਗੇ ਤੇ ਇਹ ਧਾਰਮਿਕ ਤੌਰ ਤੇ ਬਹੁਤ ਵੱਡਾ ਤੁਹਾਡਾ ਗੁਨਾਹ ਗਿਣਿਆ ਜਾਏਗਾ। ਇਸ ਕਰਕੇ ਜਦੋਂ ਉਹਨਾਂ ਨੇ ਰਲ ਕੇ ਵਾਰ-ਵਾਰ ਬੇਨਤੀਆਂ ਕੀਤੀਆਂ ਤੇ ਕਹਿਣ ਲੱਗੇ ਭਾਨੇ ਸਭਨ ਤੇ ਸਿੱਖਾਂ ਨੇ ਵੀ ਫਿਰ ਬੇਨਤੀ ਕੀਤੀ, ਸਾਥੀਆਂ ਨੇ ਵੀ ਕਿ ਹੇ ਬਾਬਾ ਗੁਰਦਿੱਤਾ ਜੀ,
ਜੇ ਇਹ ਸਾਰੇ ਇਸ ਤਰ੍ਹਾਂ ਕਹਿ ਰਹੇ ਹਨ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਲੇਸ਼ ਖੜਾ ਹੋ ਸਕਦਾ ਹੈ, ਫਿਰ ਇਸ ਨੂੰ ਪ੍ਰਾਣ ਦੇ ਦੇਣੇ ਚਾਹੀਦੇ ਹਨ। ਔਰ ਹੇ ਪਾਤਸ਼ਾਹ, ਫਿਰ ਬਾਬਾ ਗੁਰਦਿੱਤਾ ਜੀ ਨੇ ਉਸ ਗਊ ਨੂੰ ਪ੍ਰਾਣ ਬਖਸ਼ੇ ਹਨ ਝਗੜਾ ਪਰਿਓ ਰਹਿਓ ਤਿਸ ਥਾਨ। ਤੇ ਲੰਮਾ ਸਮਾਂ ਉਸ ਜਗ੍ਹਾ ਤੇ ਇਹ ਝਗੜਾ ਚੱਲਦਾ ਰਿਹਾ। ਵਾਰ-ਵਾਰ ਉਹ ਬੇਨਤੀਆਂ ਕਰ ਰਹੇ ਸਨ ਤੇ ਸਾਡੇ ਸਾਥੀ ਨੂੰ ਛੱਡ ਨਹੀਂ ਰਹੇ ਸਨ। ਜਾਂ ਤੇ ਆਇਓ ਦਿਨ ਮਧਿਆਨ। ਔਰ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਸ ਤਰ੍ਹਾਂ ਫਿਰ ਕਰਦਿਆਂ ਕਰਦਿਆਂ ਅੱਜ ਬਹੁਤ ਸਮਾਂ ਜੰਗਲ ਦੇ ਵਿੱਚ ਲੱਗ ਗਿਆ। ਤਾਂ ਕਰਕੇ ਅਸੀਂ ਇੰਨੇ ਸਮੇਂ ਤੋਂ ਬਾਅਦ ਦੇਰ ਦੇ ਨਾਲ ਪਹੁੰਚੇ ਹਾਂ। ਸ੍ਰੀ ਸਤਿਗੁਰ ਸੁਨ ਧਰ ਕਰ ਮਾਨ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਸਿੱਖਾਂ ਦੇ ਕੋਲੋਂ ਇਹ ਸਾਰਾ ਵਾਕਾ ਸੁਣਿਆ ਹੈ। ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮੇਂ ਵਾਸਤੇ ਸ਼ਾਂਤ ਹੋ ਗਏ ਹਨ। ਰਿਸਪੁਰ ਕੀਨ ਨਾ ਜਾਣੀ ਕੌਣ। ਔਰ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਬਹੁਤ ਵੱਡਾ ਰੋਸ ਧਾਰਨ ਕੀਤਾ ਹੈ। ਰਿਸ ਔਰ ਕੀਨ ਨਾ ਜਾਣੀ ਕੌਣ। ਕਿਸੇ ਨੂੰ ਹੁਣ ਕੋਈ ਖਬਰ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਹੋਏਗਾ। ਪਾਤਸ਼ਾਹ ਜੀ ਦੇ ਭਾਰੀ ਮਨ ਦੇ ਵਿੱਚ ਰੋਸ ਹੈ। ਚਾਰ ਘਟੀ ਸੁਨ ਫੇਰ ਬਿਤਾਈ। ਔਰ 4 ਕੁ ਘੜੀਆਂ ਦਾ ਸਮਾਂ ਅੱਗੇ ਹੋਰ ਬਤੀਤ ਹੋਇਆ ਹੈ। ਡੇਢ ਜਾਮ ਦਿਨ ਰਹਿਓ ਤਦਾਈ। ਤੇ 1.5 ਕੁ ਘੜੀ ਦਾ ਸਮਾਂ ਬਾਕੀ ਰਹਿ ਗਿਆ। ਕਹਿਣ ਤੋਂ ਭਾਵ ਸ਼ਾਮ ਦਾ ਸਮਾਂ ਹੋਇਆ ਹੈ, ਸੰਧਿਆ ਦਾ ਵੇਲਾ। ਜਦੋਂ ਸਾਰੇ ਗੁਰੂ ਕੇ ਸਿੱਖ ਸ਼ਾਮ ਵੇਲੇ ਮਾਲਕ ਦੀ ਕੀਰਤੀ ਕਰਨ ਵਾਸਤੇ ਸੋਧਰ ਦਾ ਸਮਾਂ ਜਾਣਦਿਆਂ ਹੋਇਆਂ ਸਾਰੇ ਸੁਚੇਤ ਹੋ ਜਾਇਆ ਕਰਦੇ ਸਨ। ਕਹਿਣ ਲੱਗੇ ਸ਼ਾਮ ਦਾ ਹੁਣ ਵੇਲਾ ਹੈ। ਹੋਣ ਕੋ ਕਾਲ। ਔਰ ਸਾਰਿਆਂ ਨੇ ਜਾਣ ਲਿਆ ਕਿ ਸ਼ਾਮਾਂ ਦੇ ਦੀਵਾਨ ਦਾ ਸਮਾਂ ਹੋਇਆ ਹੈ। ਸਾਰੇ ਇਸ ਤਰ੍ਹਾਂ ਫਿਰ ਤਿਆਰ ਬਰ ਤਿਆਰ ਹੋਏ ਹਨ। ਆਏ ਸਮੀਪ ਸਪੁੱਤਰ ਵਿਸਾਲ। ਔਰ ਗੁਰੂ ਕੇ ਚਰਨਾਂ ਦੇ ਵਿੱਚ ਜਿੱਥੇ ਬਾਕੀ ਸਿੱਖ ਵੀ ਪਹੁੰਚੇ ਹਨ, ਉੱਥੇ ਫਿਰ ਬਾਬਾ ਗੁਰਦਿੱਤਾ ਜੀ ਵੀ ਤਿਆਰ ਬਰ ਤਿਆਰ ਹੋ ਕਰਕੇ ਸਤਿਗੁਰੂ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਨ। ਖਰੋ ਬਾਗਾਰੀ। ਕਰਕੇ ਬਾਬਾ ਗੁਰਦਿੱਤਾ ਜੀ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਔਰ ਅੱਗੇ ਖੜੇ ਹਨ। ਤੋ ਪਿਤਾ ਕੀ ਅਪਰ ਨਿਹਾਰੀ। ਔਰ ਫਿਰ ਕੁਝ ਸਮਾਂ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਵੱਲ ਦੇਖਿਆ ਹੈ, ਤੱਕਿਆ ਹੈ। ਸੁਨਤ ਰਹੇ ਫਿਰਤਾ ਧਰ ਅੰਗ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਂਤ ਸਨ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਦੇ ਵਿੱਚ ਰੋਸ ਹੈ। ਕਹਿਣ ਲੱਗੇ ਠਤਤ ਰਹੇ ਥਿਰਤਾ ਧਰ ਅੰਗ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਆਪਣੇ ਸਪੁੱਤਰ ਵੱਲ ਪਹਿਲਾਂ ਦੀ ਤਰ੍ਹਾਂ ਦੇਖ ਕੇ ਪ੍ਰਸੰਨ ਨਹੀਂ ਹੋਏ, ਆਸ਼ੀਰਵਾਦ ਨਹੀਂ ਬਖਸ਼ਿਆ ਔਰ ਖੁਸ਼ੀ ਦੇ ਨਾਲ ਨਹੀਂ ਤੱਕਿਆ। ਸਤਿਗੁਰੂ ਜੀ ਇਸ ਤਰ੍ਹਾਂ ਬੈਠੇ ਹਨ। ਨੈਣ ਕਮਲ ਸ਼ੰਕਤ ਚਿਤ ਭੰਗ। ਔਰ ਫਿਰ ਬਾਬਾ ਗੁਰਦਿੱਤਾ ਜੀ ਵੀ ਜਾਣ ਗਏ। ਬਾਬਾ ਗੁਰਦਿੱਤਾ ਜੀ ਦੇ ਨੇਤਰ ਝੁਕ ਗਏ। ਨੈਣ ਕਮਲ ਸ਼ੰਕਤ ਚਿਤ ਭੰਗ। ਔਰ ਮਨ ਦੀ ਅੱਜ ਅਵਸਥਾ ਡਾਵਾਂਡੋਲ ਹਾਲਤ ਹੈ ਬਾਬਾ ਗੁਰਦਿੱਤਾ ਜੀ ਦੀ ਵੀ, ਕਿ ਜਾਣਦੇ ਬਾਬਾ ਗੁਰਦਿੱਤਾ ਜੀ ਵੀ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਚਲਾਈ ਹੋਈ ਜਿਹੜੀ ਮਰਿਆਦਾ ਹੈ ਉਹਦੇ ਤੋਂ ਮੈਂ ਬਾਹਰ ਗਿਆ ਹਾਂ, ਮੈਂ ਉਲੰਘਣਾ ਕੀਤੀ ਹੈ, ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਹੁਣ ਬਾਬਾ ਗੁਰਦਿੱਤਾ ਜੀ ਵੀ ਐ ਚਿੱਤ ਜਿਹੜਾ ਹੈ ਉਹ ਡੋਲ ਰਿਹਾ ਹੈ। ਪਤਾ ਨਹੀਂ ਛੇਵੇਂ ਪਾਤਸ਼ਾਹ ਜੀ ਹੁਣ ਕੀ ਬਚਨ ਕਰਨਗੇ, ਪਿਤਾ ਜੀ ਕੀ ਕਹਿਣਗੇ। ਬਾਬਾ ਗੁਰਦਿੱਤਾ ਜੀ ਖੜੇ ਰਹੇ ਹਨ। ਸੁਤ ਵਿਸਾਲ ਪਰ ਕੋਪ ਵਿਸਾਲ। ਔਰ ਛੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਸੁਪੁੱਤਰ ਦੇ ਉੱਪਰ ਬਹੁਤ ਭਾਰੀ ਰੋਸ ਹੈ। ਸਤਿਗੁਰ ਬਦਨ ਦ੍ਰਿਗਨ ਕਰ ਲਾਲ। ਤੇ ਕੁਝ ਸਮੇਂ ਬਾਅਦ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਚਿਹਰਾ ਹੈ ਉਹ ਪਹਿਲਾਂ ਦੇ ਨਾਲੋਂ ਵੀ ਹੋਰ ਲਾਲ ਹੋ ਗਿਆ ਹੈ। ਕਹਿਣ ਲੱਗੇ ਸਤਿਗੁਰ ਬਦਨ ਦ੍ਰਿਗਦ ਕਰ ਲਾਲ। ਤੇ ਨੇਤਰ ਵੀ ਐ ਲਾਲ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਏ ਹਨ। ਬੋਲੇ ਕਰਨ ਲਗੇ ਅਵਨੀਤੀ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਧਿਆਨ ਬਾਬਾ ਗੁਰਦਿੱਤਾ ਜੀ ਵੱਲ ਪਾਇਆ
ਔਰ ਕਹਿਣ ਲੱਗੇ ਕਿ ਭਾਈ ਆ ਚੰਗਾ ਤੁਸੀਂ ਕਾਰਜ ਕਰਨ ਲੱਗੇ ਹੋ, ਆ ਕਿਹੜੀ ਰੀਤ ਧਾਰਨ ਕਰ ਲਈ ਹੈ। ਹਰ ਗੁਰ ਸੰਤਨ ਲਗੇ ਜੋ ਫੀਕੀ। ਜਿਹੜਾ ਕੋਈ ਪਰਮੇਸ਼ਰ ਦੇ ਭਾਣੇ ਦੇ ਵਿੱਚ ਚੱਲਦਾ ਹੈ, ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਉਹਨੂੰ ਤਾਂ ਇਹ ਜਿਹੜੇ ਕੰਮ ਚੰਗੇ ਨਹੀਂ ਲੱਗਦੇ, ਇਹ ਉਹਨਾਂ ਵਾਸਤੇ ਠੀਕ ਨਹੀਂ ਹੈ। ਕਹਿਣ ਲੱਗੇ ਹਰ ਗੁਰ ਸੰਤਨ ਲੱਗੇ ਜੋ ਫੀਕੀ। ਹੇ ਬਾਬਾ ਗੁਰਦਿੱਤਾ ਜੀ, ਤੁਸੀਂ ਉਹ ਰਸਤਾ ਧਾਰਨ ਕਰ ਲਿਆ ਹੈ, ਤੁਸੀਂ ਉਹ ਕੰਮ ਫੜ ਲਏ ਹਨ ਜਿਹੜੇ ਪ੍ਰਭੂ ਦੇ ਪਿਆਰਿਆਂ ਨੂੰ, ਜਿਹੜੇ ਮਾਲਕ ਦੀ ਰਜ਼ਾ ਦੇ ਵਿੱਚ ਚੱਲਣ ਵਾਲੇ ਹਨ, ਉਹਨਾਂ ਨੂੰ ਫਿੱਕੇ ਲੱਗਦੇ ਹਨ, ਉਹਨਾਂ ਨੂੰ ਇਹ ਕੰਮ ਚੰਗੇ ਨਹੀਂ ਲੱਗਦੇ। ਆ ਅਜਾਮਤਾਂ ਕਰਾਮਾਤਾਂ ਦਿਖਾਉਣੀਆਂ। ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹ ਹਮੇਸ਼ਾ ਸ਼ਾਂਤ ਰਹਿੰਦੇ ਹਨ ਤੇ ਕਦੇ ਵੀ ਮਾਲਕ ਦੀ ਜਿਹੜੀ ਪਰਮੇਸ਼ਰ ਦੀ ਰਚਨਾ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ। ਹਮੇਸ਼ਾ ਇਹ ਬਚਨ ਕਰਦੇ ਹਨ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਾਵੇਂ ਮਾਲਕ ਦੇ ਪਿਆਰਿਆਂ ਦੇ ਕੋਲ ਬੜਾ ਕੁਝ ਹੁੰਦਾ ਹੈ, ਉਹ ਬੜਾ ਕੁਝ ਕਰ ਸਕਦੇ ਹਨ, ਪਰ ਉਹ ਸਾਰਾ ਕੁਝ ਕੋਲ ਹੁੰਦਿਆਂ ਹੋਇਆਂ, ਤਾਣ ਹੁੰਦੇ ਹੋਏ ਨਿਤਾਣਾ, ਉਹ ਤਾਣ ਬਲ ਹੁੰਦਿਆਂ ਹੋਇਆਂ ਵੀ ਆਮ ਜ਼ਿੰਦਗੀ ਜਿਹੜੀ ਹੈ ਬਤੀਤ ਕਰਦੇ ਹਨ ਤੇ ਕਦੇ ਵੀ ਪਰਮੇਸ਼ਰ ਦੇ ਸ਼ਰੀਕ ਨਹੀਂ ਬਣਦੇ। ਜੋ ਮਾਲਕ ਦੀ ਰਜ਼ਾ ਹੈ ਉਹਦੇ ਵਿੱਚ ਹੀ ਚੱਲਣਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਸਾਨੂੰ ਮਾਲਕ ਨੇ ਸਿਖਾਇਆ ਹੈ, ਪਾਤਸ਼ਾਹ ਜੀ ਨੇ ਸਿਖਾਇਆ ਹੈ। ਹੇ ਬਾਬਾ ਗੁਰਦਿੱਤਾ ਜੀ, ਸਤਿਗੁਰਾਂ ਨੇ ਬਚਨ ਕੀਤਾ, ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਹਰ ਗੁਰ ਸੰਤਨ ਲੱਗੇ ਜੋ ਫੀਕੇ। ਕਹਿਣ ਲੱਗੇ ਬਾਬਾ ਗੁਰ ਉਹ ਕੰਮ ਕੀਤਾ ਜਿਹੜੇ ਪ੍ਰਭੂ ਦੇ ਪਿਆਰਿਆਂ ਨੂੰ ਕਦੇ ਵੀ ਚੰਗਾ ਨਹੀਂ ਲੱਗਦਾ, ਉਹਨਾਂ ਵਾਸਤੇ ਸ਼ੋਭਨੀਕ ਨਹੀਂ ਹੈ। ਜਿਸ ਕ੍ਰਿਤ ਕੋ ਸੋ ਜਾਣੈ। ਔਰ ਜਿਸ ਕੰਮ ਨੂੰ ਕਰਨਾ ਗੁਰੂ ਕੇ ਪਿਆਰੇ ਸਨਮਾਨ ਨਹੀਂ ਸਮਝਦੇ, ਜਿਸ ਕੰਮ ਦੇ ਵਿੱਚ ਉਹ ਆਪਣਾ ਮਾਣ ਨਹੀਂ ਸਮਝਦੇ। ਜਿਸ ਕ੍ਰਿਤ ਕੋ ਸੋ ਜਨ ਨਾ ਸਨਮਾਨੈ। ਪ੍ਰਭੂ ਦੇ ਪਿਆਰੇ ਜਿਸ ਕੰਮ ਦਾ ਸਨਮਾਨ ਨਹੀਂ ਕਰਦੇ ਹਨ, ਸੋ ਮਤਵੰਤ ਸੋ ਕਬਹੁ ਨ ਠਾਨੈ। ਜਿਹੜਾ ਕੋਈ ਸਿਆਣਾ ਹੈ, ਮਾਲਕ ਦੀ ਰਜ਼ਾ ਦੇ ਵਿੱਚ ਚੱਲਣ ਵਾਲਾ ਹੈ, ਸੋ ਮਤਵੰਤ ਮੋ ਸੋ ਕਬਹੁ ਨ ਠਾਨੈ। ਜਿਹੜਾ ਕੋਈ ਪੂਰਨ ਤੌਰ ਤੇ ਮਾਲਕ ਦੀ ਰਜ਼ਾ ਦੇ ਵਿੱਚ ਰਹਿਣਾ ਚੱਲਦਾ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ। ਜਿਹੜਾ ਇਸ ਤਰ੍ਹਾਂ ਨਹੀਂ ਜਾਣਦਾ, ਕਹਿਣ ਲੱਗੇ ਕਿ ਸੁਮਤਵੰਤ ਸੋ ਕਬੂ ਨਾ ਠਾਨੈ। ਜਿਹੜਾ ਪ੍ਰਭੂ ਦਾ ਪਿਆਰਾ ਹੈ ਨਾ, ਮਾਲਕ ਦਾ ਦਾਸ ਜਿਹੜਾ ਸਿਆਣਾ ਹੈ, ਉਹ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ। ਹੇ ਬਾਬਾ ਗੁਰਦਿੱਤਾ ਜੀ, ਜਿਹੜਾ ਤੁਸੀਂ ਕੀਤਾ ਹੈ। ਆਨ ਪਰੈ ਸਭ ਸਹਿ ਸਰੀਰ। ਔਰ ਕਹਿਣ ਲੱਗੇ ਕਿ ਜਿਸ ਵੀ ਤਰ੍ਹਾਂ ਦਾ ਕੁਝ ਵੀ ਹੁੰਦਾ ਹੈ ਤੇ ਉਹ ਮਾਲਕ ਦੀ ਰਜ਼ਾ ਸਮਝ ਕੇ ਪ੍ਰਭੂ ਦਾ ਜਿਹੜਾ ਪਿਆਰਾ ਹੈ ਉਹ ਸਰੀਰ ਤੇ ਸਹਿ ਲੈਂਦਾ ਹੈ। ਕੈਸਾ ਵੀ ਸਮਾਂ ਆਵੇ, ਭਾਣਾ ਆਵੇ, ਪਰ ਉਹ ਆਪਣੀਆਂ ਅਜ਼ਮਤਾਂ ਦੀ ਵਰਤੋਂ ਨਹੀਂ ਕਰਦਾ, ਦਖਲ ਅੰਦਾਜ਼ੀ ਮਾਲਕ ਦੇ ਕਾਰਜ ਦੇ ਵਿੱਚ ਨਹੀਂ ਕਰਦਾ ਹੈ। ਨਹੀਂ ਸ਼ੌਰ ਤੇ ਧਾਰਤ ਧੀਰ। ਔਰ ਕਹਿਣ ਲੱਗੇ ਕਿ ਹੁਣ ਉਹ ਕਦੇ ਵੀ ਕਰਾਮਾਤਾਂ ਜਿਹੜੀਆਂ ਹਨ ਉਹਦੀ ਵਰਤੋਂ ਨਹੀਂ ਕਰਦੇ ਤੇ ਧਾਰਤ ਧੀਰ, ਹਮੇਸ਼ਾ ਸਹਿਜ ਦੇ ਵਿੱਚ, ਧੀਰਜ ਦੇ ਵਿੱਚ ਰਹਿੰਦੇ ਹਨ ਤੇ ਸਾਰਾ ਜੀਵਨ ਆਪਣਾ ਸ਼ਾਂਤੀ ਦੇ ਨਾਲ, ਨਿਮਰਤਾ ਦੇ ਨਾਲ ਬਤੀਤ ਕਰਦੇ ਹਨ। ਸੀਸ ਦੇਹ ਪਰ ਨਹੀਂ ਜਨਾਵੈ। ਪਰਮੇਸ਼ਰ ਦੇ ਪਿਆਰੇ ਤਾਂ ਆਪਣਾ ਸਰੀਰ ਕਰ ਦਿੰਦੇ ਹਨ, ਆਪਣਾ ਸੀਸ ਦੇ ਦਿੰਦੇ ਹਨ। ਬਚਨ ਕੀਤਾ, ਸੀਸ ਦੇਹ ਪਰ ਨਹੀਂ ਜਨਾਵੈ। ਉਹ ਆਪਣੇ ਪ੍ਰਾਣ ਵੀ, ਆਪਣੇ ਸਰੀਰ ਦੀ ਕੁਰਬਾਨੀ ਵੀ ਦੇ ਕਰਕੇ ਆਪਣਾ ਆਪ ਨੂੰ ਜਨਾਉਂਦੇ ਨਹੀਂ ਹਨ। ਕਹਿਣ ਤੋਂ ਭਾਵ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਹੈ ਉਹਦੇ ਵੱਲ ਇਸ਼ਾਰਾ ਕੀਤਾ ਹੈ ਕਿ ਸਾਡੇ ਘਰ ਦੀ ਤਾਂ ਮਰਿਆਦਾ ਇਹ ਹੈ ਕਿ ਉਹ ਆਪਣੇ ਪ੍ਰਾਣ ਵੀ ਦੇ ਦਿੰਦੇ ਹਨ, ਪਰ ਕਦੇ ਅਜ਼ਮਤਾਂ ਦੀ ਵਰਤੋਂ ਨਹੀਂ ਕਰਦੇ। ਕਦੇ ਜਹਾਂਗੀਰ ਵਰਗਿਆਂ ਨੇ ਕਿਹਾ ਸੀਗਾ, ਹੇ ਛੇਵੇਂ ਪਾਤਸ਼ਾਹ, ਜਾਂ ਤਾਂ ਜੁਰਮਾਨਾ ਭਰੋ ਜਾਂ ਅਜ਼ਮਤਾਂ ਦਿਖਾਓ, ਕਰਾਮਾਤਾਂ ਦਿਖਾਓ ਤੇ ਫਿਰ ਤੁਹਾਨੂੰ ਛੱਡਿਆ ਜਾ ਸਕਦਾ ਹੈ। ਪਰ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਕਹਿਣ ਲੱਗੇ ਨਹੀਂ ਭਾਈ, ਅਸੀਂ ਮਰਨ ਵਾਸਤੇ ਤਿਆਰ ਹਾਂ, ਪਰ ਇਹਨਾਂ ਰਸਤਿਆਂ 'ਤੇ ਨਹੀਂ ਚੱਲਾਂਗੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਪਰਮੇਸ਼ਰ ਦੇ ਪਿਆਰੇ ਤਾਂ ਤਨ ਦੀ ਕੁਰਬਾਨੀ ਦੇ ਦਿੰਦੇ ਹਨ,
ਪਰ ਕਦੇ ਵੀ ਆਪਣੀਆਂ ਅਜ਼ਮਤਾਂ ਦੀ ਵਰਤੋਂ ਨਹੀਂ ਕਰਦੇ ਹਨ। ਪ੍ਰਭੂ ਦਰਗਾਹ ਸਵਾਦਰ ਪਾਵੈ। ਔਰ ਇਸੇ ਤਰ੍ਹਾਂ ਫਿਰ ਉਹ ਆਪਣੀ ਕੁਰਬਾਨੀ ਦੇ ਕਰਕੇ ਪਰਮੇਸ਼ਰ ਦੇ ਘਰ ਦੇ ਵਿੱਚ ਸਨਮਾਨੇ ਜਾਂਦੇ ਹਨ। ਪਰਮੇਸ਼ਰ ਦੇ ਘਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਦਰ ਮਾਣ ਹੁੰਦਾ ਹੈ। ਅਟਲ ਰਾਏ ਜਾਂਤੇ ਤਜ ਪ੍ਰਾਨਾ। ਔਰ ਜਿਹੜੇ ਕੰਮ ਕਰਨ ਕਰਕੇ ਬਾਬਾ ਅਟਲ ਰਾਏ ਜੀ ਦੇ ਪ੍ਰਾਣਾਂ ਦਾ ਅੰਤ ਹੋਇਆ ਹੈ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ, ਅਟਲ ਰਾਏ ਜਾਤੇ ਤਜ ਪ੍ਰਾਨਾ। ਜਿਹੜੇ ਕੰਮ ਕਰਕੇ ਬਾਬਾ ਅਟਲ ਰਾਏ ਜੀ ਨੇ ਪ੍ਰਾਣ ਦਿੱਤੇ ਸਨ। ਆਪਣਾ ਸਮਝਿਓ ਨਾ ਸਿਆਣਾ। ਔਰ ਉਸੇ ਰਸਤੇ ਤੇ ਹੇ ਬਾਬਾ ਗੁਰਦਿੱਤਾ ਜੀ ਤੁਸੀਂ ਚੱਲੇ ਹੋ, ਤੁਸੀਂ ਉਹਨਾਂ ਦੀ ਜਿਹੜਾ ਇਹ ਘਟਨਾ ਹੋਈ ਹੈ ਉਹ ਨਹੀਂ ਹੈ। ਤੂੰ ਅਬ ਲਓ ਸਮਝਿਓ ਨਾ ਸਿਆਣਾ, ਇਸ ਗੱਲ ਨੂੰ ਜਾਣਿਆ ਨਹੀਂ ਔਰ ਸਿਆਣੇ ਨਹੀਂ ਬਣੇ ਹੋ। ਹਿੰਮਤਾ ਕਰਨ ਸਦਾ ਨਹੀਂ ਆਛੀ। ਔਰ ਇਸ ਤਰ੍ਹਾਂ ਕਰਨਾ ਤਾਂ ਕਦੇ ਵੀ ਜਿਹੜਾ ਸਾਨੂੰ ਉਹ ਚੰਗਾ ਨਹੀਂ ਲੱਗਦਾ, ਨਾ ਇਸ ਘਰ ਦਾ ਇਹ ਸਿਧਾਂਤ ਹੈ। ਮਨ ਹਮ ਅਸ਼ਤ ਕਹਾਂ ਚਿਤ ਪਾਛੀ। ਔਰ ਕਹਿਣ ਲੱਗੇ ਕਿਵੇਂ ਇਹ ਜਾਣ ਲਿਆ ਕਿ ਇਹ ਸਾਰਾ ਕੁਝ ਅਸੀਂ ਬਰਦਾਸ਼ਤ ਕਰ ਜਾਵਾਂਗੇ, ਅਸੀਂ ਸ਼ਾਂਤ ਰਹਿ ਜਾਵਾਂਗੇ, ਸਾਨੂੰ ਚੰਗਾ ਲੱਗੇਗਾ। ਕਹਿਣ ਲੱਗੇ ਤਾਂ ਕਦੇ ਵੀ ਕਿਸੇ ਵੀ ਗੁਰੂ ਸਾਹਿਬਾਨ ਨੂੰ ਨਹੀਂ ਪਾਇਆ ਹੈ। ਚਹਿਤ ਗੁਰਨ ਤੇ ਅਦਕ ਵਡਾਈ। ਔਰ ਇਸ ਤਰ੍ਹਾਂ ਕਰਨ ਦੇ ਹੇ ਬਾਬਾ ਗੁਰਦਿੱਤਾ ਜੀ, ਕੀ ਤੁਸੀਂ ਗੁਰੂਆਂ ਸਾਹਿਬਾਨਾਂ ਤੋਂ ਵੀ ਵੱਡੀ ਵਡਿਆਈ ਪ੍ਰਾਪਤ ਕਰਨੀ ਚਾਹੁੰਦੇ ਹੋ? ਕੀ ਦਿਖਾਉਣਾ ਚਾਹੁੰਦੇ ਹੋ? ਜਿਸ ਅਜ਼ਮਤ ਦੀ ਵਰਤੋਂ ਗੁਰੂ ਸਾਹਿਬਾਨ ਨਹੀਂ ਕਰ ਰਹੇ, ਗੁਰੂ ਸਰੀਰ ਨਹੀਂ ਕਰ ਰਹੇ, ਤੁਸੀਂ ਐਸਾ ਜਿਹੜਾ ਗੁਨਾਹ ਕਿਉਂ ਕੀਤਾ ਹੈ? ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਕਹਿਣ ਲੱਗੇ, ਚਾਹਤ ਗੁਰਨ ਤੇ ਅਦਕ ਵਡਾਈ, ਕਿ ਗੁਰੂਆਂ ਤੋਂ ਵੀ ਵੱਡੀ ਵਡਿਆਈ ਚਾਹੁੰਦੇ ਹੋ। ਅਜਰ ਨਾ ਜਰੋ ਜਹਾਨ ਜਨਾਈ। ਜੇ ਤੁਸੀਂ ਅਜਰ ਜਿਹੜੀ ਗੱਲ ਹੈ ਉਸ ਨੂੰ ਜਰ ਨਹੀਂ ਸਕਦੇ, ਅਜਰ ਨਾ ਜਰੋ ਜਹਾਨ ਜਨਾਈ। ਕਹਿਣ ਲੱਗੇ ਆਪਣੀਆਂ ਕਰਾਮਾਤਾਂ ਨੂੰ ਟਿਕਾ ਕੇ ਨਹੀਂ ਰੱਖ ਸਕੇ, ਅਜ਼ਮਤਾਂ ਦਿਖਾਈਆਂ ਹਨ ਤੇ ਸਾਰੇ ਜਹਾਨ ਨੂੰ, ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਜਨਾਇਆ ਹੈ। ਅਜਮਤ ਦੇ ਸੁਰਬੀ ਪ੍ਰਾਨਾ। ਔਰ ਅਜ਼ਮਤ ਦੀ ਵਰਤੋਂ ਕਰਕੇ ਇੱਕ ਪਸ਼ੂ ਨੂੰ ਤੁਸੀਂ ਪ੍ਰਾਣ ਦਿੱਤੇ ਹਨ। ਕਰੀ ਕਰੀਬ ਸੁਨੈ ਜਮ ਕਾਨਾ। ਤੇ ਸਤਿਗੁਰਾਂ ਨੇ ਇੱਕ ਬਚਨ ਹੋਰ ਕੀਤਾ ਹੈ, ਕਹਿਣ ਲੱਗੇ ਜਦੋਂ ਕੋਈ ਵੀ ਗਰੀਬ ਜਾਂ ਹੋਰ ਅਨੇਕਾਂ ਲੋਕ ਇਸ ਗੱਲ ਨੂੰ ਜਾਣਨਗੇ ਤੇ ਜਦੋਂ ਕਿਸੇ ਦੇ ਘਰ ਦੇ ਵਿੱਚ ਵੀ ਕੋਈ ਸਰੀਰ ਛੱਡ ਜਾਏਗਾ ਤੇ ਉਹ ਮੁਰਦਿਆਂ ਨੂੰ ਚੁੱਕ ਚੁੱਕ ਕੇ ਫਿਰ ਇੱਧਰ ਲਿਆਉਣ ਲੱਗ ਪੈਣਗੇ, ਤੁਹਾਡੇ ਵਾਲੇ ਪਾਸੇ ਆਉਣ ਲੱਗ ਪੈਣਗੇ। ਇਹ ਤਾਂ ਪਰਮੇਸ਼ਰ ਦੀ ਰਜ਼ਾ ਹੈ, ਉਹ ਪ੍ਰਾਣ ਬਖਸ਼ਦਾ ਹੈ, ਉਹਦੇ ਹੁਕਮ ਦੇ ਵਿੱਚ ਦੁਨੀਆ ਪੈਦਾ ਹੋ ਰਹੀ ਹੈ, ਜੀਵ ਜੰਤੂ ਪੈਦਾ ਹੋ ਰਹੇ ਹਨ, ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਖਤਮ ਹੋ ਰਿਹਾ ਹੈ, ਜਾ ਰਿਹਾ ਹੈ। ਪਰ ਜੇਕਰ ਤੁਸੀਂ ਇਸ ਤਰ੍ਹਾਂ ਕੀਤਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤਾਂ ਫਿਰ ਸਾਰੇ ਤੁਹਾਡੇ ਕੋਲ ਆਉਣਗੇ ਔਰ ਤੁਹਾਨੂੰ ਫਿਰ ਵਾਰ-ਵਾਰ ਬੇਨਤੀ ਕਰਨਗੇ ਕਿ ਇਹਨਾਂ ਨੂੰ ਵੀ ਪ੍ਰਾਣ ਪਾਓ ਤੇ ਇਹਨਾਂ ਨੂੰ ਵੀ ਜਿਉਂਦੇ ਕਰੋ। ਇਸ ਤਰ੍ਹਾਂ ਕਰੋਗੇ ਔਰ ਹੇ ਬਾਬਾ ਗੁਰਦਿੱਤਾ ਜੀ, ਇਹ ਵੀ ਗੱਲ ਜਾਣ ਲੈਣਾ ਕਿ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦੀ ਰੀਤ ਬਣੀ ਹੋਈ ਹੈ, ਇੱਥੇ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਬਾਦਸ਼ਾਹ ਹੈ। ਕਹਿਣ ਲੱਗੇ ਸ਼ਾਹੂ ਆਦ ਸਭਨ ਜਗ ਮਰਨਾ। ਕੋਈ ਧਨੀ ਆਦਮੀ ਹੈ, ਵੱਡਾ ਸ਼ਾਹ ਹੈ, ਜਾਂ ਕੋਈ ਬਾਦਸ਼ਾਹ ਰਾਜਾ ਹੈ, ਤੇ ਸਾਰਿਆਂ ਨੇ ਸੰਸਾਰ ਦੇ ਵਿੱਚੋਂ ਜਾਣਾ ਹੈ, ਮਰਨਾ ਹੈ। ਨਦੀ ਪ੍ਰਵਾਹ ਜਥਾ ਇਹ ਥਿਰਨਾ। ਜਿਸ ਤਰ੍ਹਾਂ ਨਦੀ ਦਾ ਪਾਣੀ ਇੱਕ ਜਗ੍ਹਾ ਤੇ ਟਿਕਦਾ ਨਹੀਂ ਹੈ, ਲਗਾਤਾਰ ਵਹਿੰਦਾ ਜਾਂਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਦੀ ਇਹ ਰੀਤ ਹੈ, ਸੁਭਾਅ ਹੈ, ਮਾਲਕ ਦੀ ਕੁਦਰਤ ਹੈ। ਕੋਈ ਆ ਰਿਹਾ ਹੈ ਤੇ ਕੋਈ ਜਾ ਰਿਹਾ ਹੈ, ਇੱਥੇ ਕੋਈ ਟਿਕਣ ਵਾਲਾ ਨਹੀਂ ਹੈ, ਸਾਰਿਆਂ ਨੇ ਜਾਣਾ ਹੈ। ਰਹਿਣ ਨਾ ਪਾਵੇ ਸੁਰ ਨਰ ਦੀਵਾ, ਊਠ ਸਿਧਾਰੇ ਕਰ ਮੁਨ ਜਨ। ਸਾਰਿਆਂ ਨੇ ਸੰਸਾਰ ਦੇ ਵਿੱਚੋਂ ਜਾਣਾ ਹੈ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਨਦੀ ਦੀ ਪ੍ਰਵਾਹ ਦੀ ਤਰ੍ਹਾਂ ਇਹ ਸੰਸਾਰ ਹੈ, ਇਹ ਰਚਨਾ ਹੈ, ਇਹ ਜੀਵ ਜੰਤੂ ਪਸ਼ੂ ਪੰਛੀ ਮਨੁੱਖਾਂ ਦੀ ਗਿਣਤੀ ਹੈ, ਜਿਹੜੇ ਨਾਲ ਆ ਰਹੇ ਹਨ ਤੇ ਆਪੋ ਆਪਣੀ ਵਾਰੀ ਦੇ ਨਾਲ ਵਾਰੀ, ਆਪੋ ਆਪਣੀ ਕੋਈ ਨਾ ਬੰਦੇ ਧੀਰ
ਜਿਨ੍ਹਾਂ ਨੂੰ ਕੋਈ ਮੋੜ ਨਹੀਂ ਸਕਦਾ। ਰੋਕਣਾ ਗੁਰੂ ਕੇ ਪਿਆਰੇ ਦਾ ਜਿਹੜਾ ਹੈ ਉਹ ਕਰਮ ਨਹੀਂ ਹੈ। ਮਾਲਕ ਦੀ ਰਜ਼ਾ ਦੇ ਵਿੱਚ ਸਾਰੇ ਪੈਦਾ ਹੋ ਰਹੇ ਹਨ, ਉਹਦੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚੋਂ ਜਾ ਰਹੇ ਹਨ। ਕੌਣ ਕੌਣ ਕੋ ਹਮ ਜੀਵਾਵੈ। ਔਰ ਫਿਰ ਖਿਆਲ ਕਰਕੇ ਕਿਸ ਕਿਸ ਨੂੰ ਆਪਾਂ ਜੀਵਨ ਦੇਵਾਂਗੇ, ਕਿਹਨੂੰ ਕਿਹਨੂੰ ਰੋਕੋਗੇ, ਕਿਹਨੂੰ ਕਿਹਨੂੰ ਰੱਖੋਗੇ। ਅਸਲ ਦੇ ਵਿੱਚ ਸਾਰਿਆਂ ਨੇ ਜਾਣਾ ਹੈ। ਜੋ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ ਉਹਨੇ ਸਾਰੇ ਨੇ ਆਖਰ ਮਰਨਾ ਹੀ ਹੈ। ਕਿਸ ਕੀ ਬੈਦ ਕਿਸੈ ਉਠਾਵੈ। ਕਿਸ ਦੀ ਉਮਰ ਲੈ ਕਰਕੇ ਤੇ ਕਿਹਨੂੰ ਤੁਸੀਂ ਦਓਗੇ, ਕਿਹਨੂੰ ਉਠਾਵੋਗੇ, ਕਿਸ ਤਰ੍ਹਾਂ ਤੁਸੀਂ ਪ੍ਰਾਣ ਦਵੋਗੇ, ਮਾਲਕ ਦੀ ਰਚਨਾ ਦੇ ਵਿੱਚ ਕਿੰਨਾ ਕੁ ਸਮਾਂ ਦਖਲ ਅੰਦਾਜ਼ੀ ਕਰੋਗੇ। ਬਾਬਾ ਗੁਰਦਿੱਤਾ ਜੀ ਨੂੰ ਅਨੇਕਾਂ ਵਚਨ ਛੇਵੇਂ ਪਾਤਸ਼ਾਹ ਜੀ ਨੇ ਕਹੇ ਹਨ। ਇਸ ਕੋ ਵੀ ਕੁਛ ਜਤਨ ਵਿਚਾਰਾ। ਕਹਿਣ ਲੱਗੇ, ਹੇ ਬਾਬਾ ਗੁਰਦਿੱਤਾ ਜੀ, ਕੀ ਤੁਸੀਂ ਮਰਿਆ ਹੋਇਆ ਪਸ਼ੂ ਜੀਵਾਨ ਲੱਗਿਆ ਇਹ ਸਾਰਾ ਕੁਝ ਸੋਚਿਆ ਹੈ? ਇਹ ਮਨ ਦੇ ਵਿੱਚ ਲਿਆਂਦਾ ਹੈ ਕਿ ਇਸ ਕੋ ਵੀ ਕੁਛ ਯਤਨ ਵਿਚਾਰਾਂ, ਕਿ ਇਹ ਵੀ ਮੈਂ ਵਿਚਾਰ ਕਰਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਈ ਇਸ ਤਰ੍ਹਾਂ ਆਉਣਗੇ, ਆਪਣੀਆਂ ਅਜ਼ਮਤਾਂ ਦਿਖਾ ਦਿਖਾ ਕੇ ਕਿਹਨੂੰ ਕਿਹਨੂੰ ਫਿਰ ਪ੍ਰਾਣ ਦਓਗੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬਚਨ ਬਾਬਾ ਗੁਰਦਿੱਤਾ ਜੀ ਨੂੰ ਕਹੇ ਹਨ। ਲਿਓ ਵਿਚਾਰ ਤਾਂ ਕਰੋ ਉਚਾਰਾ। ਜੇ ਤੁਸੀਂ ਕੋਈ ਮਨ ਦੇ ਵਿੱਚ ਕੁਛ ਵਿਚਾਰਿਆ ਹੈ ਤੇ ਸੁਣਾਓ, ਇਹਦੇ ਵਿੱਚ ਕੀ ਭਲਾ ਹੈ, ਕੀ ਚੰਗਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਹਨ। ਜੇ ਜਿਮ ਕਰਨੀ ਹੀਨ ਭਾਵੈ। ਤੇ ਸਤਿਗੁਰਾਂ ਨੇ ਬਚਨ ਕੀਤਾ, ਬਾਬਾ ਗੁਰਦਿੱਤਾ ਜੀ, ਜੇ ਤੁਹਾਨੂੰ ਇਸ ਤਰ੍ਹਾਂ ਕਰਨਾ ਹੀ ਚੰਗਾ ਲੱਗਦਾ ਹੈ। ਹਮਰੇ ਅਸ਼ਤ ਹਟਿਓ ਨਾ ਹਿਜਾਵੈ। ਕਹਿਣ ਲੱਗੇ, ਸਾਨੂੰ ਇਹ ਥੋੜਾ ਵੀ ਚੰਗਾ ਨਹੀਂ ਲੱਗਾ। ਬਹੁਤ ਵੱਡਾ ਪਾਪ ਤੇ ਪਰਮੇਸ਼ਰ ਦੀ ਰਚਨਾ ਦੇ ਵਿੱਚ ਦਖਲ ਅੰਦਾਜ਼ੀ ਤੇ ਪਰਮੇਸ਼ਰ ਦੇ ਸ਼ਰੀਕ ਬਣਨ ਵਾਲਾ ਇਹ ਵੱਡਾ ਗੁਨਾਹ ਹੈ। ਇੱਕ ਮਿਆਨ ਜੁਗਮ ਸ਼ਮਸ਼ੇਰ। ਔਰ ਕਹਿਣ ਲੱਗੇ, ਇੱਕ ਮਿਆਨ ਦੇ ਵਿੱਚ ਜਿਸ ਤਰ੍ਹਾਂ ਦੋ ਜਿਹੜੀਆਂ ਸ਼੍ਰੀ ਸਾਹਿਬਾਂ ਦੋ ਤਲਵਾਰਾਂ ਨਹੀਂ ਟਿਕਦੀਆਂ, ਇੱਕ ਮਿਆਨ ਦੇ ਵਿੱਚ ਇੱਕ ਹੀ ਤਲਵਾਰ ਟਿਕਦੀ ਹੈ। ਇਹ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਮਾਰੈ ਰਾਖੈ ਏਕੋ ਆਪ। ਕਹਿਣ ਤੋਂ ਭਾਵ ਹੁਕਮ ਸੰਸਾਰ ਦੇ ਵਿੱਚ ਉਹਦਾ ਹੀ ਵਰਤਣਾ ਚਾਹੀਦਾ ਹੈ, ਪਰਮੇਸ਼ਰ ਦਾ। ਉਹੀ ਭੇਜਣ ਵਾਲਾ ਹੈ ਤੇ ਉਹੀ ਲਿਜਾਣ ਵਾਲਾ ਹੈ। ਇਹ ਕਾਰਜ ਉਸ ਨੂੰ ਹੀ ਸ਼ੋਭਦਾ ਹੈ, ਉਹਦੀ ਰਚਨਾ ਹੈ, ਉਹਦਾ ਭਾਣਾ ਹੈ। ਤੇ ਕਦੇ ਵੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਟਿਕਦੀਆਂ। ਉਸ ਦੇ ਹੱਥ ਦੇ ਵਿੱਚ ਹੀ ਸਾਰਾ ਕੁਝ ਰਹਿਣਾ ਚਾਹੀਦਾ ਹੈ ਤੇ ਉਹਦੀ ਰਚਨਾ, ਉਹਦੀ ਰਜਾ ਤੋਂ ਬਾਹਰ ਜਾਣਾ ਬਹੁਤ ਵੱਡਾ ਗੁਨਾਹ ਹੈ। ਹੇ ਬਾਬਾ ਗੁਰਦਿੱਤਾ ਜੀ, ਪ੍ਰਭੂ ਦੇ ਪਿਆਰਿਆਂ ਨੂੰ ਇਸ ਤਰ੍ਹਾਂ ਕਰਨਾ ਸ਼ੁਭਦਾ ਨਹੀਂ, ਚੰਗਾ ਨਹੀਂ ਲੱਗਦਾ। ਦੋ ਤਲਵਾਰਾਂ ਕਦੇ ਇੱਕ ਮਿਆਨ ਦੇ ਵਿੱਚ ਨਹੀਂ ਪੈਂਦੀਆਂ ਹਨ। ਮੇਰੇ ਨਾ ਸਕੈ ਸਮਝਦੇ ਹੋਏਰ। ਔਰ ਕਹਿਣ ਲੱਗੇ, ਇਹ ਬਹੁਤ ਵੱਡਾ ਗੁਨਾਹ ਹੈ ਬਾਬਾ ਗੁਰਦਿੱਤਾ ਜੀ ਤੁਸੀਂ ਕੀਤਾ ਹੈ। ਇਸ ਗੱਲ ਨੂੰ ਹੁਣ ਚੰਗੀ ਤਰ੍ਹਾਂ ਮਨ ਦੇ ਵਿੱਚ ਵਿਚਾਰ ਲਓ ਜੀ। ਜੇ ਤੁਮ ਰਹੋ ਤਾਂ ਹਮ ਤਜ ਪ੍ਰਾਨਾ। ਕਹਿਣ ਲੱਗੇ ਕਿ ਭਾਈ, ਹੁਣ ਤਾਂ ਜੇ ਤੁਸੀਂ ਇਸ ਤਰ੍ਹਾਂ ਪ੍ਰਗਟਾਵਾ ਕਰਦੇ ਹੋ ਤੇ ਹੁਣ ਪ੍ਰਾਣ, ਜੇ ਗਊ ਨੂੰ ਪ੍ਰਾਣ ਦਿੱਤੇ ਹਨ, ਉਹਦੇ ਬਦਲੇ ਦੇ ਵਿੱਚ ਪ੍ਰਾਣ ਤੁਹਾਨੂੰ ਛੱਡਣੇ ਪੈਣਗੇ। ਜਾਂ ਅਸੀਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਜੇ ਤੁਮ ਰਹੋ ਤਾਂ ਹਮ ਤਜ ਪ੍ਰਾਨਾ। ਹੇ ਬਾਬਾ ਗੁਰਦਿੱਤਾ ਜੀ, ਜੇ ਤੁਸੀਂ ਇਸ ਤਰ੍ਹਾਂ ਜੀਵਨ ਚਾਹੁੰਦੇ ਹੋ ਤੇ ਫਿਰ ਸਾਡੇ ਪ੍ਰਾਣ ਜਿਹੜੇ ਛੱਡਣੇ ਉਹ ਬਣਦੇ ਹਨ। ਜੇ ਤੁਸੀਂ ਗਊ ਨੂੰ ਪ੍ਰਾਣ ਦਿੱਤੇ ਹਨ ਤੇ ਉਹਦੇ ਬਦਲੇ ਦੇ ਵਿੱਚ ਪ੍ਰਾਣ ਦੇਣੇ ਪੈਣਗੇ। ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਿਹਾ ਹੈ। ਹਮ ਜੇ ਰਹਿ ਤੁਮ ਕਰੋ ਪਿਆਨਾ। ਤੇ ਜੇ ਸਾਨੂੰ ਰੱਖਣਾ ਹੈ, ਜੇ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਪਰ ਫਿਰ ਹੇ ਬਾਬਾ ਗੁਰਦਿੱਤਾ ਜੀ, ਤੁਹਾਡਾ ਰਹਿਣਾ ਠੀਕ ਨਹੀਂ ਹੈ। ਤੁਹਾਨੂੰ ਜਿਹੜੇ ਪ੍ਰਾਣ ਉਹ ਛੱਡਣੇ ਚਾਹੀਦੇ ਹਨ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ। ਇਸ ਵਿਦ ਕਰੇ ਬਿਨਾ ਨਹਿ ਬਣੈ। ਇਸ ਤਰ੍ਹਾਂ ਕਰਨ ਤੋਂ ਬਿਨਾ ਇਹ ਕਾਰਜ, ਇਹ ਕਰਮ ਅੱਗੇ ਨਹੀਂ ਵਧੇਗਾ। ਹੁਣ ਤਾਂ ਇੱਕ ਫੈਸਲਾ ਲੈਣਾ ਪਏਗਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕਹੇ ਹਨ। ਇੱਕ ਰੱਖੈ ਇੱਕ ਤਿਆਗੈ ਤਨੈ। ਇੱਕ ਤਨ ਰੱਖਣਾ ਪਏਗਾ ਤੇ ਇੱਕ ਤਨ ਹੁਣ ਛੱਡਣਾ ਪਏਗਾ। ਸ੍ਰੀ ਗੁਰ ਦਿੱਤੇ ਦਵਾਇ ਕਰ ਬੰਦ। ਔਰ ਹੁਣ ਬਾਬਾ ਗੁਰਦਿੱਤਾ ਜੀ, ਸ੍ਰੀ ਗੁਰ ਦਿੱਤੇ ਦਵਾਇ ਕਰ ਬੰਦ। ਬਾਬਾ ਗੁਰਦਿੱਤਾ ਜੀ ਨੇ ਹੁਣ ਦੋਵੇਂ ਹੱਥ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋੜੇ ਹਨ। ਤੋਰਾ ਹਰਖ ਨਾ
ਤੇ ਬਾਬਾ ਗੁਰਦਿੱਤਾ ਜੀ ਦੇ ਮਨ ਦੇ ਵਿੱਚ ਭੋਰਾ ਵੀ ਹੁਣ ਸ਼ੋਕ ਨਹੀਂ ਰਹਿ ਗਿਆ, ਚਿੰਤਾ ਨਹੀਂ ਹੈ। ਇਕ ਰਸ ਬ੍ਰਿਤੀ ਜਿਨ੍ਹਾਂ ਕੀ ਹੈ, ਤੇ ਜਿਨ੍ਹਾਂ ਦੀ ਲੰਮੇ ਸਮੇਂ ਤੋਂ ਇੱਕ ਰਸ ਬ੍ਰਿਤੀ ਹੈ, ਬਾਬਾ ਗੁਰਦਿੱਤਾ ਜੀ ਬਹੁਤ ਭਗਤੀ ਵਾਲੇ, ਸੇਵਾ ਸਿਮਰਨ ਵਾਲੇ ਹਨ। ਪ੍ਰਭ ਗਿਆਨ ਦ੍ਰਿੜਤਾ ਚਿਤਰ ਹੈ, ਔਰ ਜਿਹੜੇ ਹਮੇਸ਼ਾ ਹੀ ਬਿਰਤੀ ਮਾਲਕ ਦੇ ਚਰਨਾਂ ਦੇ ਵਿੱਚ ਟਿਕਾ ਕੇ ਰੱਖਦੇ ਹਨ, ਉਹ ਬਾਬਾ ਗੁਰਦਿੱਤਾ ਜੀ ਹੁਣ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕਰਕੇ ਖੜੇ ਹੋ ਗਏ। ਔਰ ਜਿਸ ਤਰ੍ਹਾਂ ਫਿਰ ਅੱਗੇ ਉਹ ਪਾਤਸ਼ਾਹ ਜੀ ਦਾ ਹੁਕਮ ਮੰਨਦਿਆਂ ਹੋਇਆਂ ਆਪਣੇ ਪ੍ਰਾਣ ਛੱਡਦੇ ਹਨ ਔਰ ਪਰਲੋਕ ਗਮਨ ਕਰਦੇ ਹਨ। ਇਹ ਜਿਹੜਾ ਇਤਿਹਾਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਅਸਲ ਦੇ ਵਿੱਚ ਆਪਾਂ ਕਈ ਵਾਰੀ ਬਚਨ ਵੀ ਪੜ੍ਹਦੇ ਹਾਂ ਕਿ ਭਾਈ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਜਿਹੜਾ ਇਤਿਹਾਸ ਹੈ ਇਹ ਸਾਨੂੰ ਸਮਝ ਦਿੰਦਾ ਹੈ, ਪ੍ਰੇਰਨਾ ਦਿੰਦਾ ਹੈ ਕਿ ਭਾਈ ਜੋ ਵੀ ਮਾਲਕ ਕਰਦਾ ਹੈ, ਜੋ ਵੀ ਪਰਮੇਸ਼ਰ ਦਾ ਹੁਕਮ ਹੈ, ਉਹਨੂੰ ਸੱਤ ਵਚਨ ਕਰਕੇ ਮੰਨਣਾ ਹੀ ਗੁਰੂ ਕੇ ਸਿੱਖ ਨੂੰ ਜਾਂ ਕੋਈ ਵੀ ਜਿਹੜਾ ਹੈ ਉਹਨੂੰ ਸ਼ੁਭਦਾ ਹੈ। ਉਹਦੀ ਮਾਲਕ ਦੀ ਰਜਾ ਦੇ ਵਿੱਚ ਹਮੇਸ਼ਾ ਪ੍ਰਸੰਨ ਰਹਿਣਾ ਚਾਹੀਦਾ ਹੈ। ਸਤਿਗੁਰੂ ਜੀ ਮਿਹਰ ਕਰਨ। ਆਓ ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।